ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਜੈ ਲਖ ਦਾਤਾ ਪੀਰ ਦੀ, ਮੌਜ ਫਕੀਰ ਦੀ। ਕਬੀਰ ਸਾਹਿਬ ਜੀ ਦਾ ਬਹੁਤ ਸੋਹਣਾ ਦੋਹਾ। कबीरा जब हमारे जगत में जग हंसा हम रोए, ऐसे करने कर चलो हम हंसे जग रोए। ਕਬੀਰ ਸਾਹਿਬ ਕਹਿੰਦੇ ਆ, ਇਨਸਾਨ ਨੂੰ ਕਹਿ ਰਿਹਾ ਕਿ ਜਦੋਂ ਤੁਸੀਂ ਸੰਸਾਰ ਦੇ ਵਿੱਚ ਜਨਮ ਲਿੱਤਾ ਤੇ ਤੁਸੀਂ ਬਚਪਨ ਵਿੱਚ ਰੋਂਦੇ ਪਏ ਸੀ ਤੇ ਤੁਹਾਡੀ ਰੋਣਾ ਦੇਖ ਕੇ, ਤੁਹਾਡੇ ਵੱਲ ਦੇਖ ਕੇ ਦੁਨੀਆ ਹੱਸਦੀ ਪਈ ਸੀ। ਫਿਰ ਆਪਣਾ ਜੀਵਨ ਇਹੋ ਜਿਹਾ ਬਣਾਓ ਕਿ ਜਦੋਂ ਸੰਸਾਰ ਵਿੱਚੋਂ ਤੁਸੀਂ ਪਰਦਾ ਕਰੋ ਜਾਂ ਇਸ ਸੰਸਾਰ ਨੂੰ ਅਲਵਿਦਾ ਕਰੋ ਤਾਂ ਤੁਸੀਂ ਹੱਸੋ ਤੇ ਦੁਨੀਆ ਰੋਵੇ। ਇਹੋ ਜਿਹੀ ਕਮਾਈ ਕਰਕੇ ਜਾਓ। ਆਪਣੇ ਲਈ ਤਾਂ ਪਸ਼ੂ ਵੀ ਜੀ ਲੈਂਦੇ ਹਨ, ਆਪਣਾ ਪੇਟ ਤਾਂ ਪਸ਼ੂ ਵੀ ਭਰ ਲੈਂਦੇ ਹਨ। ਵਜ੍ਹਾ ਤਾਂ ਜੇ ਦੂਸਰਿਆਂ ਲਈ ਜੀਆ ਜਾਏ। ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ, ਰੋਜ਼ ਬੰਦਗੀ ਕਰੋ। ਇਹ ਜੀਵਨ ਸਾਨੂੰ ਭਗਤੀ ਕਰਨ ਵਾਸਤੇ ਮਿਲਿਆ, ਬੰਦਗੀ ਕਰਨ ਵਾਸਤੇ ਮਿਲਿਆ। ਭਗਤੀ ਕਰਨ ਲਈ ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ। ਜਦੋਂ ਬੱਚਾ ਛੋਟਾ ਹੁੰਦਾ ਕਹਿੰਦਾ ਮੈਂ ਥੋੜਾ ਵੱਡਾ ਹੋ ਜਾਵਾਂ ਫਿਰ ਮੈਂ ਬੰਦਗੀ ਕਰਾਂਗਾ, ਫਿਰ ਮੈਂ ਭਗਤੀ ਕਰਾਂਗਾ। ਫਿਰ ਵੱਡਾ ਵੀ ਹੋ ਜਾਂਦਾ, ਪੜ੍ਹ ਲਿਖ ਵੀ ਲੈਂਦਾ ਆ। ਪੜ੍ਹ ਲਿਖ ਕੇ ਫਿਰ ਪੁੱਛਿਆ ਜਾਂਦਾ ਕਿ ਹਾਂ ਭਗਤੀ ਕਰੇਗਾ? ਕਹਿੰਦਾ ਨਹੀਂ ਜੀ, ਹਜੇ ਥੋੜਾ ਕੰਮ ਕਾਰ ਸੈੱਟ ਕਰ ਲਵਾਂ ਫਿਰ ਮੈਂ ਭਗਤੀ ਕਰੂੰਗਾ। ਕੰਮਕਾਰ ਵੀ ਸੈੱਟ ਹੋ ਜਾਂਦਾ, ਫਿਰ ਕਹਿੰਦਾ ਹਜੇ ਨਹੀਂ ਭਗਤੀ ਕਰਨ ਦਾ ਸਮਾਂ, ਹਜੇ ਤਾਂ ਮੈਂ ਸ਼ਾਦੀ ਕਰਨਾ, ਵਿਆਹ ਕਰਨਾ ਆ, ਫਿਰ ਭਗਤੀ ਕਰਾਂਗਾ। ਫਿਰ ਇਨਸਾਨ ਵਿਆਹ ਵੀ ਕਰਾ ਲੈਂਦਾ, ਸ਼ਾਦੀ ਹੋ ਜਾਂਦੀ ਆ। ਫਿਰ ਪੁੱਛਦਾ ਹਾਂ ਤੂੰ ਭਗਤੀ ਕਰੇਗਾ? ਨਹੀਂ ਮਹਾਰਾਜ, ਮੈਂ ਹਜੇ ਭਗਤੀ ਨਹੀਂ ਕਰਨੀ, ਇੱਕ ਦੋ ਬੱਚੇ ਹੋ ਜਾਣ ਮੈਂ ਫਿਰ ਭਗਤੀ ਕਰਾਂਗਾ। ਫਿਰ ਸਮਾਂ ਬੀਤਦਾ ਜਾਂਦਾ, ਬੱਚੇ ਵੀ ਹੋ ਜਾਂਦੇ ਆ। ਫਿਰ ਮਹਾਰਾਜ ਪੁੱਛਦੇ ਆ ਕਿ ਬੇਟੇ ਭਗਤੀ ਕਰ ਲੈ। ਨਹੀਂ ਮਹਾਰਾਜ, ਹਜੇ ਸਮਾਂ ਨਹੀਂ ਹੈਗਾ, ਬੱਚੇ ਬਹੁਤ ਛੋਟੇ ਆ, ਬੱਚੇ ਵੱਡੇ ਹੋ ਲੈਣ ਦਿਓ ਫਿਰ ਮੈਂ ਭਗਤੀ ਕਰਾਂਗਾ। ਫਿਰ ਸਮਾਂ ਬੀਤਦਾ ਜਾਂਦਾ, ਬੱਚੇ ਵੱਡੇ ਹੋ ਜਾਂਦੇ ਆ। ਫਿਰ ਗੁਰੂ ਮਹਾਰਾਜ ਪੁੱਛਦੇ ਆ ਕਿ ਬੇਟੇ ਭਗਤੀ ਕਰ ਲਾ, ਨਾਮ ਜਪ ਲਾ, ਬੰਦਗੀ ਕਰ ਲਾ, ਹੁਣ ਤਾਂ ਤੇਰੇ ਕੋਲ ਬਹੁਤ ਸਮਾਂ ਆ। ਨਹੀਂ ਮਹਾਰਾਜ, ਹਜੇ ਬੱਚਿਆਂ ਦੇ ਵਿਆਹ ਸ਼ਾਦੀਆਂ ਕਰਨੀਆਂ, ਵਿਆਹ ਸ਼ਾਦੀਆਂ ਕਰ ਲਵਾਂ ਫਿਰ ਮੈਂ ਬੰਦਗੀ ਕਰਾਂਗਾ, ਭਗਤੀ ਕਰਾਂਗਾ। ਫਿਰ ਸਮਾਂ ਬੀਤਦਾ ਜਾਂਦਾ, ਬੱਚਿਆਂ ਦੇ ਵਿਆਹ ਸ਼ਾਦੀਆਂ ਵੀ ਹੋ ਜਾਂਦੀਆਂ। ਬੱਚਿਆਂ ਜਦੋਂ ਵਿਆਹ ਸ਼ਾਦੀਆਂ ਹੋ ਜਾਂਦੀਆਂ ਫਿਰ ਗੁਰੂ ਮਹਾਰਾਜ ਪੁੱਛਦੇ ਆ ਕਿ ਬੇਟੇ ਭਗਤੀ ਕਰ ਲਾ, ਨਾਮ ਜਪ ਲਾ, ਤੇਰਾ ਜੀਵਨ ਘਟਦਾ ਜਾ ਰਿਹਾ, ਤੇਰੇ ਸਵਾਸ ਵਿਅਰਥ ਜਾ ਰਿਹਾ, ਤੂੰ ਸਿਮਰਨ ਕਰ ਲੈ, ਤੂੰ ਬੰਦਗੀ ਕਰ ਲਾ। ਪਰ ਫਿਰ ਮੂਰਖ ਇਨਸਾਨ ਫਿਰ ਕਹਿ ਰਿਹਾ ਨਹੀਂ ਮਹਾਰਾਜ, ਹਜੇ ਬੱਚਿਆਂ ਦੇ ਵਿਆਹ ਕਿਤੇ ਆ, ਹਜੇ ਮੈਂ ਪੋਤੇ ਪੋਤੀਆਂ ਦੇਖ ਲਵਾਂ, ਉਹਨਾਂ ਦਾ ਮੂੰਹ ਦੇਖ ਲਵਾਂ ਫਿਰ ਮੈਂ ਬੰਦਗੀ ਕਰੂੰਗਾ। ਫਿਰ ਸਮਾਂ ਬੀਤਦਾ ਜਾਂਦਾ, ਪੋਤੇ ਪੋਤੀਆਂ ਵੀ ਹੋ ਜਾਂਦੇ ਆ। ਫਿਰ ਗੁਰੂ ਮਹਾਰਾਜ ਕਹਿੰਦੇ ਬੇਟੇ ਭਗਤੀ ਕਰ ਲਾ, ਭਗਤੀ ਕਰ ਲਾ। ਪਰ ਨਹੀਂ, ਇਨਸਾਨ ਬੜਾ ਢੀਠ ਆ। ਤੁਹਾਡੇ ਨਾਲ ਚੰਗੇ ਤਾਂ ਭੂਤ ਪ੍ਰੇਤ ਨੇ, ਤੁਸੀਂ ਤਾਂ ਉਸ ਤੋਂ ਵੀ ਵੱਡੇ ਜ਼ਿਆਦਾ ਭੂਤ ਨੇ, ਹਨਾ। ਗੁਰੂ ਮਹਾਰਾਜ ਤੁਹਾਨੂੰ ਭੂਤ ਕਹਿੰਦੇ ਨੇ, ਹਨਾ। ਰਾਖਸ਼ ਕਹਿ, ਤੁਹਾਡੇ ਵੱਡੇ ਤੋਂ ਕਿਹੜਾ ਰਾਖਸ਼ ਆ, ਹਨਾ। ਕਿਉਂਕਿ ਤੁਸੀਂ ਕਹਿਣਾ ਹੀ ਨਹੀਂ ਮੰਨਦੇ ਆਪਣੇ ਗੁਰੂ ਦਾ। ਗੁਰੂ ਤੁਹਾਨੂੰ ਇੱਕੋ ਕੰਮ ਕਹਿੰਦਾ, ਬੇਟੇ ਬੰਦਗੀ ਕਰੋ, ਬੰਦਗੀ ਕਰੋ, ਭਗਤੀ ਕਰੋ।
ਆਪਣੇ ਜੀਵਨ ਦੇ ਇਸ ਮਕਸਦ ਨੂੰ ਪਹਿਚਾਨੋ, ਆਪਣੇ ਆਪ ਨੂੰ ਪਹਿਚਾਨੋ। ਠੀਕ ਹੈ ਨਾ। ਪਰ ਅਸੀਂ ਗੁਰੂ ਦੇ ਬਚਨਾਂ ਤੇ ਫੁੱਲ ਨਹੀਂ ਚੜਾਉਂਦੇ, ਗੁਰੂ ਦਾ ਕਹਿਣਾ ਨਹੀਂ ਮੰਨਦੇ। ਹਰ ਸਮੇਂ ਸਵਾਲ ਪੈਦਾ ਕਰੀਏ ਨੇ, ਸਵਾਲ ਤੇ ਸਵਾਲ, ਸਵਾਲ ਤੇ ਸਵਾਲ। ਪੋਤੇ ਪੋਤੀਆਂ ਵੀ ਹੋ ਜਾਂਦੇ ਆ। ਫਿਰ ਗੁਰੂ ਮਹਾਰਾਜ ਕਹਿੰਦੇ ਬੇਟੇ ਭਗਤੀ ਕਰ ਲਾ। ਨਹੀਂ ਮਹਾਰਾਜ, ਹਜੇ ਬੱਚੇ ਛੋਟੇ ਨੇ, ਥੋੜਾ ਖੜਾ ਲਵਾਂ ਫਿਰ ਭਗਤੀ ਕਰੂੰਗਾ। ਫਿਰ ਜਦ ਤੱਕ ਜੀਵਨ ਲੀਲਾ ਹੀ ਸਮਾਪਤੀ ਹੋ ਜਾਂਦੀ ਆ। ਸਾਰਾ ਜੀਵਨ ਕਿ ਕੱਲ ਕਰ ਲੂੰਗਾ ਭਗਤੀ, ਕੱਲ ਕਰ ਲੂੰਗਾ ਭਗਤੀ, ਕੱਲ ਕਰ ਲੂੰਗਾ ਭਗਤੀ, ਉਹ ਕੱਲ ਹੀ ਨਹੀਂ ਕਦੇ ਆਉਂਦੀ। ਕਿਉਂਕਿ ਇਹ ਕੱਲ ਦਾ ਵਿਸ਼ਾ ਨਹੀਂ ਹੈਗਾ। ਜਿਹੜਾ ਭਗਤੀ ਕਰਨੀ ਹੈ ਇਹ ਅੱਜ ਦਾ ਵਿਸ਼ਾ ਆ। ਭਗਤੀ ਅੱਜ ਹੀ ਹੋ ਸਕਦੀ ਆ। ਜ਼ਰੂਰੀ ਕੰਮ ਅੱਜ ਹੀ ਹੋ ਸਕਦੀ ਹੈ। ਭਗਤੀ ਅੱਜ ਹੀ ਹੋ ਸਕਦੀ ਆ, ਸਿਮਰਨ ਅੱਜ ਹੀ ਹੋ ਸਕਦਾ, ਇਹ ਕੱਲ ਨਹੀਂ ਹੋ ਸਕਦਾ। ਕੱਲ ਕਦੇ ਨਹੀਂ ਆਈ ਕਦੀ। ਕੱਲ ਫਿਰ ਅੱਜ ਹੋ ਜਾਣਾ। ਤੇ ਇਸ ਕਰਕੇ ਭਗਤੀ ਅੱਜ ਹੀ ਕਰੋ, ਅੱਜ ਹੀ ਕਰੋ। ਇਹ ਅੱਜ ਕਰਨ ਵਾਲਾ ਕੰਮ ਆ। ਇਹਨੂੰ ਸਮੇਂ ਤੇ ਨਾ ਛੱਡੋ ਕਿ ਮੈਂ ਕੱਲ ਕਰੂੰਗਾ, ਕੱਲ ਕਰੂੰਗਾ। ਕੱਲ ਕਦੇ ਨਹੀਂ ਆਉਂਦੀ। ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ, ਆਪਣਾ ਸਮਾਂ ਖਰਾਬ ਕਰਦੇ ਪਏ ਹੋ, ਆਪਣੇ ਜੀਵਨ ਨੂੰ ਕੋਡੀਆਂ ਦੇ ਭਾਅ ਖਰਾਬ ਕਰੀ ਜਾ ਰਹੇ ਹੋ, ਕੋਡੀਆਂ ਦੇ ਭਾਅ ਵੇਚੀ ਜਾ ਰਹੇ ਹੋ। ਇਹਨਾਂ 24,000 ਸਵਾਸ ਰੋਜ਼ ਦੇ ਮਿਲਦੇ ਆ, ਇਹਦੀ ਤੁਸੀਂ ਕਦਰ ਕਿਉਂ ਨਹੀਂ ਕਰਦੇ ਪਏ? ਇਹਨਾਂ ਨੂੰ ਵਿਅਰਥ ਕਿਉਂ ਗਵਾਈ ਜਾ ਰਹੇ ਹੋ? 84 ਲੱਖ ਜੋਨੀਆਂ ਦੇ ਵਿੱਚੋਂ ਸਭ ਤੋਂ ਅਨਮੋਲ ਜੁਨੀ ਮਨੁੱਖ ਜਨਮ ਹੈ। ਇਹ ਮਨੁੱਖੀ ਦੇਹ ਆ। ਸਭ ਤੋਂ ਉੱਤਮ ਜੋਨੀ ਇਹ ਹੈ। 84 ਲੱਖ ਜੋਨੀਆਂ ਤੋਂ ਬਾਅਦ ਕਿਤੇ ਜਾ ਕੇ ਇਹ ਜੋਨੀ ਮਿਲਦੀ ਆ। ਸਾਰੀ ਜੋਨੀਆਂ ਦਾ ਸਰਦਾਰ ਇਹ ਮਨੁੱਖੀ ਝੋਲਾ ਆ, ਇਹ ਜਨਮ ਆ। ਪਰ ਤੁਸੀਂ ਲੋਕ ਇਹਦੀ ਕਦਰ ਹੀ ਨਹੀਂ ਕਰਦੇ। ਹਾਏ ਪੈਸਾ, ਹਾਏ ਪੈਸਾ, ਹਾਏ ਪੈਸਾ। ਪੈਸੇ ਦੀ ਦੌੜ ਦੇ ਵਿੱਚ ਤੁਸੀਂ ਪ੍ਰਮਾਤਮਾ ਨੂੰ ਮਹਿਸੂਸ ਹੀ ਨਹੀਂ ਕਰਦੇ, ਰੱਬ ਨੂੰ ਮਹਿਸੂਸ ਹੀ ਨਹੀਂ ਕਰਦੇ, ਆਪਣੇ ਜੀਵਨ ਦੇ ਮਕਸਦ ਨੂੰ ਹੀ ਨਹੀਂ ਪਹਿਚਾਣਦੇ ਕਿ ਇਹ ਜੀਵਨ ਭਗਤੀ ਕਰਨ ਵਾਸਤੇ ਮਿਲਿਆ, ਬੰਦਗੀ ਕਰਨ ਵਾਸਤੇ ਮਿਲਿਆ, ਆਪਣੇ ਆਪ ਨੂੰ ਜਾਣਨ ਵਾਸਤੇ ਮਿਲਿਆ, ਪ੍ਰਮਾਤਮਾ ਨੂੰ ਪਾਉਣ ਵਾਸਤੇ ਮਿਲਿਆ, ਜੀਵਨ ਤੋਂ ਮੁਕਤੀ ਪ੍ਰਾਪਤ ਕਰਨ ਵਾਸਤੇ ਮਿਲਿਆ। ਪਰ ਅਸੀਂ ਇਹ ਕੰਮ ਛੱਡ ਕੇ ਸੰਸਾਰ ਦੇ ਦੁੱਖ ਇਕੱਠੇ ਕਰੀ ਜਾ ਰਹੇ ਹਾਂ। ਉਹ ਇਕੱਠਾ ਕਰੀ ਜਾ ਰਹੇ ਜਿਹੜਾ ਸਾਡੇ ਨਾਲ ਕਦੇ ਜਾਣਾ ਹੀ ਨਹੀਂ ਹੈਗਾ। ਜਿਹੜਾ ਅਸੀਂ ਅੰਤ ਵੇਲੇ ਤੇ ਛੱਡ ਕੇ ਜਾਣਾ ਸੀ, ਉਹ ਇਕੱਠਾ ਕਰੀ ਜਾ ਰਹੇ, ਇਕੱਠਾ ਕਰੀ ਜਾ ਰਹੇ, ਇਕੱਠਾ ਕਰੀ ਜਾ ਰਹੇ। ਭਗਤੀ ਕਰਨ ਲਈ ਬਾਰ-ਬਾਰ ਮੈਂ ਕਹਿ ਰਿਹਾ, ਮੇਰੀ ਬੇਨਤੀ ਆਪ ਦੇ ਚਰਨਾਂ ਦੇ ਵਿੱਚ, ਭਗਤੀ ਕਰਨ ਦੇ ਲਈ, ਬੰਦਗੀ ਕਰਨ ਦੇ ਲਈ, ਨਾਮ ਜਪਣ ਦੇ ਲਈ ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ। ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ, ਕਿਉਂਕਿ ਇਹਦੀ ਕੋਈ ਗਰੰਟੀ ਨਹੀਂ ਹੈਗੀ। ਸਰੀਰ ਦੀ, ਇਸ ਮਨੁੱਖੀ ਜੇ ਦੀ, ਇਹ ਸਵਾਸਾਂ ਦੀ ਕੋਈ ਗਰੰਟੀ ਨਹੀਂ ਹੈਗੀ, ਹਨਾ, ਕਿ ਕਿੰਨੇ ਮਿਲੇ ਆ। ਜਨਮ ਔਰ ਮੌਤ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖਿਆ। ਕੱਲ ਦਾ ਭਰੋਸਾ ਨਹੀਂ, ਘੜੀ ਦਾ ਭਰੋਸਾ ਨਹੀਂ ਹੈਗਾ। ਪਲ ਵਿੱਚ ਕੀ ਹੋ ਜਾਵੇ, ਸਾਹ ਅੰਦਰ ਜਾ ਰਿਹਾ, ਬਾਹਰ ਆਵੇ ਨਾ ਆਵੇ, ਕੋਈ ਪਤਾ ਨਹੀਂ ਹੈਗਾ। ਫਿਰ ਤੁਸੀਂ ਕਿੱਦਾਂ ਕਹਿੰਦੇ ਕਿ ਮੈਂ ਕੱਲ ਭਗਤੀ ਕਰਾਂਗਾ? ਫਿਰ ਤੁਸੀਂ ਕਿੱਦਾਂ ਸੋਚ ਲੈਂਦੇ ਹੋ ਕਿ ਮੈਂ ਬੁੱਢੇ ਹੋ ਕੇ ਭਗਤੀ ਕਰਾਂਗਾ? ਤੁਸੀਂ ਕਿੱਦਾਂ ਸੋਚ ਲੈਂਦੇ ਹੋ ਕਿ ਥੋੜਾ ਆਨੰਦ ਲੈ ਲਵਾਂ, ਮੌਜਾਂ ਲੈ ਲਵਾਂ, ਫਿਰ ਮੈਂ ਭਗਤੀ ਕਰੂੰਗਾ? ਫੇਰ ਤਾਂ ਫੇਰ ਹੀ ਰਹਿ ਜਾਂਦੀ ਆ। ਅੱਜ ਦਾ ਕੰਮ ਅੱਜ ਹੀ ਕਰੋ, ਕੱਲ ਫਿਰ ਡਬਲ ਕੰਮ ਹੋ ਜਾਣਾ, ਪਰਸੋਂ ਫਿਰ ਟ੍ਰਿਪਲ ਕੰਮ ਹੋ ਜਾਣਾ। ਅੱਜ ਦਾ ਕੰਮ ਅੱਜ ਹੀ ਨਿਬੇੜਨ ਦੀ ਕੋਸ਼ਿਸ਼ ਕਰੋ। ਭਗਤੀ ਕਰਨ ਲਈ ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ। ਪਲ ਦਾ ਭਰੋਸਾ ਨਹੀਂ ਹੈਗਾ, ਘੜੀ ਦਾ ਭਰੋਸਾ ਨਹੀਂ ਹੈਗਾ। ਪਤਾ ਨਹੀਂ ਕਿਹੜੇ ਵੇਲੇ ਸਾਡੇ ਸਰੀਰ ਦੀ ਹਵਾ ਨਿਕਲ ਜਾਣੀ ਆ, ਕਿਹੜੇ ਵੇਲੇ ਪ੍ਰਮਾਤਮਾ ਦਾ ਸੁਨੇਹਾ ਆ ਜਾਣਾ, ਕਿਹੜੇ ਵੇਲੇ ਜਮਦੂਤਾਂ ਨੇ ਲੈਣ ਆ ਜਾਣਾ। ਪਲ ਦਾ ਭਰੋਸਾ ਨਹੀਂ, ਘੜੀ ਦਾ ਭਰੋਸਾ ਨਹੀਂ ਹੈਗਾ। ਫਿਰ ਤੁਸੀਂ ਕਿੱਦਾਂ ਕਹਿ ਦਿੰਦੇ ਹੋ ਕਿ ਮੈਂ ਬੁੱਢੇ ਹੋ ਕੇ ਭਗਤੀ ਕਰਾਂਗਾ? ਫਿਰ ਤੁਸੀਂ ਕਿੱਦਾਂ ਕਹਿ ਦਿੰਦੇ ਹੋ ਕਿ ਮੈਂ ਕੱਲ ਭਗਤੀ ਕਰਾਂਗਾ?
ਅੱਜ ਹੀ ਭਗਤੀ ਕਰੋ, ਇਹ ਅੱਜ ਕਰਨ ਵਾਲਾ ਕੰਮ ਆ, ਅੱਜ ਹੀ ਕਰੋ, ਅੱਜ ਦਾ ਕੰਮ ਅੱਜ ਹੀ ਕਰੋ। ਸਵੇਰ ਦਾ ਇੱਕ ਪਹਿਲਾ ਨਿਯਮ ਬਣਾਓ ਕਿ ਸਵੇਰੇ ਉੱਠ ਕੇ ਬੰਦਗੀ ਕਰਨੀ ਆ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਆ। ਅੰਮ੍ਰਿਤ ਵੇਲੇ ਉੱਠਿਆ ਕਰੋ, ਅੰਮ੍ਰਿਤ ਵੇਲੇ ਉੱਠ ਕੇ ਭਜਨ ਸਿਮਰਨ ਦਾ ਅਭਿਆਸ ਕਰਿਆ ਕਰੋ, ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਚਾਲੀਸਾ ਪੜ੍ਹਦੇ ਹੋ, ਨਿਤਨੇਮ ਕਰਦੇ ਹੋ, ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਜਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਜਾਂ ਹਨੂਮਾਨ ਚਾਲੀਸਾ ਪੜ੍ਹਦੇ ਹੋ, ਜਾਂ ਦੁਰਗਾ ਚਾਲੀਸਾ ਪੜ੍ਹਦੇ ਹੋ, ਜਾਂ ਕੋਈ ਹੋਰ ਸਾਈਂ ਚਾਲੀਸਾ ਪੜ੍ਹਦੇ ਹੋ। ਉਹ ਪੜ੍ਹਨ ਤੋਂ ਬਾਅਦ ਅੱਖਾਂ ਬੰਦ ਕਰਕੇ ਇਕਾਗਰ ਹੋ ਕੇ ਆਪਣੇ ਅੰਤਰ ਦੇ ਵਿੱਚ ਸਿਮਰਨ ਕਰਦੇ ਕਰਦੇ ਇੱਥੇ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ। ਦੋਵਾਂ ਅੱਖਾਂ ਦੇ ਵਿਚਕਾਰ ਇੱਥੇ ਦੇਖਣ ਦੀ ਕੋਸ਼ਿਸ਼ ਕਰੋ। ਅੰਮ੍ਰਿਤ ਵੇਲੇ ਉੱਠਿਆ ਕਰੋ, ਅੰਮ੍ਰਿਤ ਵੇਲੇ ਉੱਠ ਕੇ ਭਜਨ ਸਿਮਰਨ ਦਾ ਅਭਿਆਸ ਕਰੋ, ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ। ਇਹ ਇੱਕ ਨਿਯਮ ਆਪਣਾ ਪੱਕਾ ਬਣਾ ਲਓ। ਫਿਰ ਆਪਣੇ ਸੰਸਾਰ ਦੇ ਜਿਹੜੇ ਤੁਸੀਂ ਕੰਮ ਧੰਦੇ ਕਰਨੇ ਉਹ ਕਰਿਆ ਕਰੋ। ਤੁਸੀਂ ਆਪਣਾ ਨਿਯਮ ਇਹ ਬਣਾਉਂਦੇ ਨਹੀਂ ਹੈਗੇ, ਇਹ ਤੁਹਾਡੇ ਦੁੱਖ ਦਾ ਕਾਰਨ ਆ। ਆਪਣਾ ਨਿਯਮ ਇਦਾਂ ਦਾ ਬਣਾ ਲਵੋ, ਫਿਰ ਤੁਹਾਨੂੰ ਦੁੱਖਾਂ ਨੇ ਪਰੇਸ਼ਾਨੀ ਨਹੀਂ ਕਰਨਾ। ਪਰਮਾਤਮਾ, ਉਹ ਰੱਬ, ਉਹ ਅੱਲਾ, ਉਹ ਵਾਹਿਗੁਰੂ ਇੰਨਾ ਵਧੀਆ ਦੋਸਤ ਆ, ਇੰਨਾ ਵਧੀਆ ਦੋਸਤ ਆ, ਉਹਦੇ ਵਰਗਾ ਦੋਸਤ ਸੰਸਾਰ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ। ਬਸ ਇੱਕ ਵਾਰ ਸੱਚੇ ਦਿਲੋਂ ਸ਼ਰਧਾ ਭਾਵਨਾ ਨਾਲ ਉਹਦੇ ਚਰਨਾਂ 'ਚ ਆਪਣੇ ਆਪ ਨੂੰ ਸਮਰਪਣ ਕਰ ਦਿਓ, ਆਪਣੇ ਆਪ ਨੂੰ ਸਮਰਪਣ ਕਰ ਦਿਓ ਉਹਦੇ ਚਰਨਾਂ ਦੇ ਵਿੱਚ। ਫੇਰ ਤੁਹਾਡੀ ਗੱਲ ਬਣਨੀ ਆ। ਗੁਰੂ ਮਹਾਰਾਜ ਇਹ ਨਹੀਂ ਕਹਿੰਦੇ ਕਿ ਬੇਟੇ ਤੁਸੀਂ ਕੰਮਕਾਰ ਛੱਡ ਦਿਓ, ਪਰਵਾਹ ਛੱਡ ਦਿਓ। ਇਹ ਨਹੀਂ, ਇਹ ਵੀ ਜ਼ਰੂਰੀ ਆ। ਸੰਸਾਰ 'ਚ ਹੀ ਰਹਿਣਾ, ਦੁਨੀਆ ਦੇ ਵਿੱਚ ਰਹਿਣਾ, ਰੋਟੀ ਕੱਪੜਾ ਔਰ ਮਕਾਨ ਚਾਹੀਦਾ। ਇੰਨਾ ਵੀ ਨਾ ਆਪਣੇ ਆਪ ਨੂੰ ਵਿੱਚ ਖੁਬੋ ਲਓ ਕਿ ਆਪਣੇ ਤੁਸੀਂ ਜ਼ਿੰਦਗੀ ਦੇ ਮਕਸਦ ਨੂੰ ਹੀ ਭੁੱਲ ਜਾਓ। ਇਹ ਜੀਵਨ ਭਗਤੀ ਕਰਨ ਵਾਸਤੇ ਮਿਲਿਆ, ਇਹ ਯਾਦ ਰੱਖੋ। ਠੀਕ ਹੈ ਨਾ। ਗੁਰੂ ਮਹਾਰਾਜ ਨੇ ਤੁਹਾਨੂੰ ਇੱਕੋ ਕੰਮ ਦਿੱਤਾ ਕਿ ਬੇਟੇ ਭਗਤੀ ਕਰੋ, ਭਗਤੀ ਕਰੋ, ਭਗਤੀ ਕਰੋ। ਹੋਰ ਗੁਰੂ ਮਹਾਰਾਜ ਤੁਹਾਡੇ ਸੰਤਾਂ, ਮਹਾਂਪੁਰਸ਼ਾਂ, ਫਕੀਰਾਂ ਨੇ, ਤੁਹਾਡੇ ਗੁਰੂਆਂ ਨੇ ਤਾਂ ਦੂਜਾ ਕੰਮ ਕਦੇ ਨਹੀਂ ਕੋਈ ਕਹਿਣਾ। ਇੱਕੋ ਕੰਮ ਕਹਿਣਾ ਕਿ ਬੇਟੇ ਭਗਤੀ ਕਰੋ, ਨਾਮ ਜਪੋ। ਤੁਸੀਂ ਆਪਣਾ ਸਵੇਰ ਦਾ ਇੱਕ ਨਿਯਮ ਬਣਾ ਲਓ। ਫਿਰ ਦੁਬਾਰਾ ਮੈਂ ਕਹਿਣਾ, ਮੇਰੀ ਤੁਹਾਡੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ, ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ, ਆਪਣੇ ਜੀਵਨ ਦੇ ਮਕਸਦ ਨੂੰ ਪਹਿਚਾਨੋ, ਆਪਣੇ ਆਪ ਨੂੰ ਜਾਣੋ। ਆਪਣਾ ਇੱਕ ਨਿਯਮ ਬਣਾਓ ਕਿ ਅੰਮ੍ਰਿਤ ਵੇਲੇ ਉੱਠੀਏ, ਅੰਮ੍ਰਿਤ ਵੇਲੇ ਉੱਠ ਕੇ ਭਜਨ ਸਿਮਰਨ ਦਾ ਅਭਿਆਸ ਕਰੀਏ। ਜੇ ਤੁਹਾਡਾ ਦਿਲ ਕਰਦਾ ਚਾਲੀਸਾ ਪੜ੍ਹਨ ਦਾ, ਚਾਲੀਸਾ ਪੜ੍ਹੋ। ਨਿਤਨੇਮ ਕਰਨਾ, ਨਿਤਨੇਮ ਕਰੋ। ਜਪਜੀ ਸਾਹਿਬ ਦਾ ਪਾਠ ਕਰਨਾ, ਜਪਜੀ ਸਾਹਿਬ ਦਾ ਪਾਠ ਕਰੋ। ਸੁਖਮਨੀ ਸਾਹਿਬ ਦਾ ਪੜ੍ਹਨਾ, ਸੁਖਮਨੀ ਸਾਹਿਬ ਦਾ ਪਾਠ ਕਰੋ। ਦੁਰਗਾ ਚਾਲੀਸਾ ਪੜ੍ਹੋ, ਹਨੂਮਾਨ ਚਾਲੀਸਾ ਪੜ੍ਹੋ, ਸਾਈਂ ਚਾਲੀਸਾ, ਜੋ ਵੀ ਪੜ੍ਹਨਾ ਪੜ੍ਹੋ। ਜੋ ਵੀ ਤੁਹਾਡੇ ਧਰਮ ਦੇ ਹਿਸਾਬ ਨਾਲ ਤੁਸੀਂ ਕਰਦੇ ਹੋ ਕਰੋ, ਪਰ ਉਹ ਕਰਨ ਤੋਂ ਬਾਅਦ ਇਕਾਗਰ ਹੋ ਕੇ, ਸ਼ਾਂਤ ਹੋ ਕੇ, ਅੰਤਰ ਦੇ ਵਿੱਚ ਸਿਮਰਨ ਕਰਦੇ ਕਰਦੇ ਇੱਥੇ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ। ਦੋਵਾਂ ਅੱਖਾਂ ਦੇ ਵਿਚਕਾਰ ਇੱਥੇ ਦੇਖਣ ਦੀ ਕੋਸ਼ਿਸ਼ ਕਰੋ। ਆਪਣਾ ਨਿਯਮ ਬਣਾਓ, ਪੱਕਾ ਨਿਯਮ। ਇਹ ਕਰਨ ਤੋਂ ਬਾਅਦ ਫਿਰ ਆਪਣੇ ਸੰਸਾਰ ਦੇ ਕੰਮ ਧੰਦਿਆ ਕਰਿਆ ਕਰੋ। ਰੋਜ਼ ਆਪਣਾ ਸਮੇਂ ਵਧਾਉਂਦੇ ਜਾਓ। ਘੱਟੋ ਘੱਟ 24 ਘੰਟੇ ਦਾ ਸੰਬੰਧ 2.5 ਘੰਟੇ ਬਣਦਾ। ਘੱਟੋ ਘੱਟ 2.5 ਘੰਟੇ ਤਾਂ ਆਪਣੇ 24 ਘੰਟੇ ਕੱਢੋ, ਪ੍ਰਭੂ ਦੇ ਲੇਖੇ ਲਗਾਓ, ਭਜਨ ਸਿਮਰਨ ਦਾ ਅਭਿਆਸ। ਇੱਕ ਸਿਟਿੰਗ ਵਿੱਚ ਤੁਹਾਡੀ ਬੰਦਗੀ ਹੋਣੀ ਚਾਹੀਦੀ ਹੈ। ਆਪਣੀ ਸੀਟਿੰਗ ਵੱਧ ਤੋਂ ਵੱਧ ਵਧਾਓ। ਜਿੰਨਾ ਤੁਹਾਡੀ ਸੀਟਿੰਗ ਇੱਕ ਟਾਈਮ ਦੀ ਹੋਵੇਗੀ, ਵਧੇਗੀ, ਉਨਾ ਹੀ ਤੁਹਾਨੂੰ ਨਜ਼ਾਰਾ ਮਿਲੇਗਾ। ਤੁਹਾਨੂੰ ਕੁਛ ਨਾ ਕੁਛ ਰੋਜ਼ ਅਨੁਭਵ ਹੋਵੇਗਾ, ਕੁਛ ਨਾ ਕੁਛ ਮਹਿਸੂਸ ਹੋਵੇਗਾ। ਕਰਕੇ ਦੇਖੋ, ਆਪ ਅਨੁਭਵ ਕਰੋ, ਆਪਣੀਆਂ ਅੱਖਾਂ ਨਾਲ ਦੇਖੋ, ਆਪਣੇ ਕੰਨਾਂ ਨਾਲ ਸੁਣੋ, ਫਿਰ ਵਿਸ਼ਵਾਸ ਕਰੋ। ਆਪਣਾ ਸਵੇਰ ਦਾ ਇੱਕ ਨਿਯਮ, ਪਹਿਲਾ ਨਿਯਮ ਇਹ ਬਣਾਓ ਕਿ ਅੰਮ੍ਰਿਤ ਵੇਲੇ ਉੱਠੀਏ, ਉੱਠ ਕੇ ਭਜਨ ਸਿਮਰਨ ਦਾ ਅਭਿਆਸ ਕਰੀਏ, ਫਿਰ ਉਸ ਤੋਂ ਬਾਅਦ ਸੰਸਾਰ ਦੇ ਆਪਾਂ ਕੰਮ ਧੰਦੇ ਕਰੀਏ। ਇੱਕ ਨਿਯਮ ਪੱਕਾ ਇਹ ਬਣਾ ਲਓ। ਜਿਸ ਇਨਸਾਨ ਦਾ ਇਹ ਨਿਯਮ ਪੱਕਾ ਆ, ਉਹਨੂੰ ਬਾਦਸ਼ਾਹ ਬਣਨ ਤੋਂ ਕੋਈ ਰੋਕ ਨਹੀਂ ਸਕਦਾ।
ਦੁਨੀਆ 'ਚ ਕੋਈ ਇਹੋ ਜਿਹੀ ਤਾਕਤ ਨਹੀਂ ਜਿਹੜੀ ਉਸ ਨੂੰ ਬਾਦਸ਼ਾਹ ਬਣਨ ਤੋਂ ਰੋਕ ਸਕੇ। ਪਰਮਾਤਮਾ, ਰੱਬ, ਉਹ ਅੱਲਾ, ਉਹ ਵਾਹਿਗੁਰੂ, ਉਹ ਤੋਂ ਵਧੀਆ ਦੋਸਤ ਕੋਈ ਹੋ ਹੀ ਨਹੀਂ ਸਕਦਾ ਦੁਨੀਆ ਦੇ ਵਿੱਚ। ਇਹ ਦਾਸ ਦਾ ਅਨੁਭਵ ਆ, ਪ੍ਰੈਕਟੀਕਲ ਅਨੁਭਵ ਆ। ਮੈਂ ਕਿਸੇ ਦੇ ਵਿਸ਼ਵਾਸ ਨਹੀਂ ਕਰਦਾ, ਕਿਸੇ ਦੀ ਮੈਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ। ਜੇ ਮੈਨੂੰ ਕਿਸੇ ਨੇ ਕੁਝ ਕਹਿ ਦਿੰਦਾ ਨਾ, ਮੈਂ ਪ੍ਰੈਕਟੀਕਲ ਕਰਨ ਦੀ ਕੋਸ਼ਿਸ਼, ਉਹਨੂੰ ਅਨੁਭਵ ਕਰਦਾ ਕਿ ਇਹ ਸੱਚ ਆ। ਜਦ ਤੱਕ ਮੈਂ ਅਨੁਭਵ ਨਾ ਕਰਾਂ, ਮੈਂ ਸੱਚ ਉਹ ਹਾਮੀ ਨਹੀਂ ਭਰਦਾ। ਇਹ ਕਿਉਂਕਿ ਇਹ ਕਰਨੀ ਦਾ ਮਾਰਗ ਆ, ਇਹ ਗੱਲਾਂ ਦਾ ਮਾਰਗ ਨਹੀਂ ਹੈਗਾ ਕਿ ਸੁਣ ਲਿਆ, ਮੰਨ ਲਿਆ, ਦੇਖ ਲਿਆ, ਮਨ ਇਦਾਂ ਨਹੀਂ। ਆਪਣੇ ਅੱਖੀ ਦੇਖੋ, ਆਪਣੀ ਕੰਨੀ ਸੁਣੋ, ਆਪਣਾ ਅਨੁਭਵ ਕਰੋ, ਰੋਜ਼ ਅਭਿਆਸ ਕਰੋ, ਅੰਤਰ ਵੀ ਦੇਖਣ ਦੀ ਕੋਸ਼ਿਸ਼ ਕਰੋ ਕਿ ਜੋ ਇਹਨੇ ਕਿਹਾ ਉਹ ਸੱਚ ਆ। ਠੀਕ ਹੈ ਨਾ। ਜਦ ਤੱਕ ਤੁਸੀਂ ਆਪਣਾ ਅਨੁਭਵ ਨਹੀਂ ਕਰਦੇ, ਪ੍ਰੈਕਟੀਕਲ ਨਹੀਂ ਕਰਦੇ, ਤਦ ਤੱਕ ਕਿਸੇ ਤੇ ਵਿਸ਼ਵਾਸ ਨਾ ਕਰੋ। ਅਨੁਭਵ, ਜਦ ਤੱਕ ਤੁਸੀਂ ਪ੍ਰੈਕਟੀਕਲ ਨਹੀਂ ਕਰਦੇ, ਅਨੁਭਵ ਨਹੀਂ ਕਰਦੇ, ਤਦ ਤੱਕ ਤੁਹਾਨੂੰ ਸੱਚ ਦਾ ਪਤਾ ਨਹੀਂ ਲੱਗ ਸਕਦਾ। ਆਪਣਾ ਇੱਕ ਨਿਯਮ ਬਣਾ ਲਓ, ਠੀਕ ਹੈ। ਅਨੁਭਵ ਕਰੋ, ਰੋਜ਼ ਪ੍ਰੈਕਟਿਸ ਕਰੋ, ਪ੍ਰੈਕਟਿਸ ਡੇਲੀ, ਕੋਈ ਛੁੱਟੀ ਨਹੀਂ ਹੋਣੀ ਚਾਹੀਦੀ। ਰੋਜ਼ ਅਭਿਆਸ ਕਰੋ, ਬਿਨ ਨਾਗਾ, ਬਿਨ ਛੁੱਟੀ। ਫਿਰ ਤੁਸੀਂ ਦੇਖੋ ਥੋੜੇ ਦਿਨਾਂ ਬਾਅਦ, 10-15 ਦਿਨ ਬਾਅਦ ਕੁਛ ਨਾ ਕੁਛ ਮਹਿਸੂਸ ਕਰੋਗੇ, ਕੁਛ ਨਾ ਕੁਛ ਤੁਹਾਨੂੰ ਅਨੁਭਵ ਹੋਵੇਗਾ। ਇੱਕ ਵਾਰ ਕਰੋ ਤਾਂ ਸਹੀ। ਤੁਹਾਡੇ ਸੰਸਾਰ ਦੇ ਜਿਹੜੇ ਕੰਮ ਧੰਦੇ ਤੁਹਾਡੇ ਆਸਾਨ ਹੋ ਜਾਣੇ ਆ, ਤੁਹਾਡੇ ਕਾਰੋਬਾਰ ਆਪੇ ਹੀ ਚੱਲਣ ਲੱਗ ਜਾਣੇ ਆ, ਤੁਹਾਡੇ ਕੰਮਕਾਰ ਆਪੇ ਹੀ ਹੋਣ ਲੱਗ ਪਣੇ ਆ। ਤੁਹਾਡੇ ਸੰਸਾਰ ਦੇ ਅੱਧੇ ਕੰਮ ਆਪਣੇ ਆਪ ਆਟੋਮੈਟਿਕ ਹੀ, ਤੁਸੀਂ ਖਿਆਲ ਲੈਣਾ ਪੂਰਾ ਹੋ ਜਾਣਾ, ਖਿਆਲ ਲੈਣਾ ਪੂਰਾ ਹੋ ਜਾਣਾ। ਇੱਕ ਵਾਰ ਤੁਸੀਂ ਆਪਣਾ ਸਮਰਪਣ ਕਰਕੇ ਦੇਖੋ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ, ਉਸ ਪਰਮਾਤਮਾ ਦੇ ਚਰਨਾਂ ਆਪਣੇ ਨੂੰ ਸਮਰਪਣ ਕਰ ਦਿਓ। ਪ੍ਰਭੂ ਮੈਂ ਤੇਰਾ ਹੀ ਹਾਂ, ਚਾਹੇ ਮਾਰ ਲਾ, ਚਾਹੇ ਰੱਖ ਲੈ, ਤੇਰੀ ਮੌਜ ਆ, ਬਸ ਚਰਨਾਂ ਸਮਰਪਣ ਕਰ ਦਿਓ। ਗੁਰੂ ਤੁਹਾਡਾ ਜਿਸ ਤਰ੍ਹਾਂ ਕਹਿ ਰਿਹਾ ਉਸ ਤਰ੍ਹਾਂ ਬੰਦਗੀ ਕਰੋ, ਆਪਣੀ ਅਭਿਆਸ ਕਰੋ। ਸੱਚਾ ਗੁਰੂ ਦੀ ਪਹਿਚਾਣ ਕੀ ਹੈ, ਮੈਂ ਤੁਹਾਨੂੰ ਦੱਸ ਦਿਨਾਂ ਅੱਜ ਫੇਰ। ਮੈਂ ਕਈ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਕਿ ਸੱਚੇ ਗੁਰੂ ਦੀ ਪਹਿਚਾਣ ਕੀ ਹੈ। ਸੱਚੇ ਮਹਾਂਪੁਰਸ਼, ਸੱਚੇ ਸੰਤ, ਸੱਚੇ ਫਕੀਰ ਦੀ ਨਿਸ਼ਾਨੀ ਕੀ ਹੈ। ਉਹ ਤੁਹਾਨੂੰ ਹਮੇਸ਼ਾ ਅੰਤਰ ਦੇ ਵਿੱਚ ਜੋੜੇਗਾ, ਤੁਹਾਨੂੰ ਅੰਦਰ ਦੀ ਭਗਤੀ ਕਰਾਏਗਾ, ਬਾਹਰ ਦੀ ਭਗਤੀ ਨਹੀਂ ਕਰਾਏਗਾ। ਉਹ ਬਾਹਰ ਦੀ ਭਗਤੀ ਤੋਂ ਹਟਾਏਗਾ। ਬਾਹਰ ਜੋ ਵੀ ਕੁਛ ਇਹ ਦੇਖਦੇ, ਇਹ ਜੁੜਨ ਦਾ ਸਾਡੇ ਸਾਧਨ ਆ, ਪਰ ਮੰਜ਼ਿਲ ਕਿੱਥੇ? ਸਾਡੇ ਅੰਦਰ ਆ। ਸੱਚੇ ਸੰਤ, ਮਹਾਂਪੁਰਖ, ਫਕੀਰ ਤੁਹਾਨੂੰ ਬੰਦਗੀ ਨਾਲ ਜੋੜੋਗੇ, ਭਗਤੀ ਨਾਲ ਜੋੜੋਗੇ, ਤੁਹਾਨੂੰ ਅੰਤਰ ਵਿੱਚ ਜੋੜੋਗੇ, ਇੱਥੇ ਜੋੜੋਗੇ ਤੁਹਾਨੂੰ ਕਿ ਬੇਟੇ ਇੱਥੇ ਆ ਜਾਓ, ਇੱਥੇ ਮੈਨੂੰ ਦੇਖਣ ਦੀ ਕੋਸ਼ਿਸ਼ ਕਰੋ, ਮੈਨੂੰ ਮਿਲਣ ਦੀ ਇੱਥੇ ਕੋਸ਼ਿਸ਼ ਕਰੋ, ਮੈਨੂੰ ਇੱਥੇ ਪ੍ਰਗਟ ਕਰੋ। ਗੁਰੂ ਕਹਿ ਰਿਹਾ, ਗੁਰੂ ਕਹਿ ਰਿਹਾ। ਸ਼ਬਦ ਹੀ ਗੁਰੂ ਆ, ਗੁਰੂ ਹੀ ਸ਼ਬਦ ਆ। ਪਰ ਸੋਚ ਸਮਝ ਕੇ ਗੁਰੂ ਬਣਾਇਆ ਕਰੋ। ਪਹਿਲਾਂ ਗੁਰੂ ਬਣਾਉਣ ਤੋਂ ਪਹਿਲਾਂ ਉਹਦੀ ਸੰਗਤ ਕਰੋ, ਉਹਦੇ ਕੋਲ ਬੈਠੋ, ਬੈਠ ਕੇ ਉਹਦੀ ਸੰਗਤ ਕਰੋ, ਉਹਦੇ ਬਚਨ ਸੁਣੋ। ਜੇ ਤੁਹਾਡੇ ਜੀਵਨ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਤੁਹਾਡਾ ਰਹਿਣ ਸਹਿਣ ਬਦਲ ਗਿਆ, ਤਾਂ ਸਮਝੋ ਉਹ ਅੱਛਾ ਆ, ਉਹ ਠੀਕ ਗੁਰੂ ਆ, ਠੀਕ ਆ ਸੰਤ ਮਹਾਂਪੁਰਸ਼। ਤੁਹਾਡਾ ਜੀਵਨ ਵਿੱਚ ਬਦਲਾਅ ਆਉਣਾ ਚਾਹੀਦਾ, ਤੁਹਾਡਾ ਰਹਿਣ ਸਹਿਣ ਬਦਲਣਾ ਚਾਹੀਦਾ ਉਹਦੀ ਸੰਗਤ ਕਰਕੇ। ਫਿਰ ਉਸ ਨੂੰ ਗੁਰੂ ਆਪਣਾ ਬਣਾਓ। ਇਹ ਨਹੀਂ ਭੀੜ ਭੇੜ ਚਾਲ ਦੇਖੋ ਕਿ ਭੀੜ ਬਹੁਤ ਆ ਜੀ, ਗੱਡੀਆਂ ਬੜੀਆਂ ਬਾਹਰ ਖੜੀਆਂ ਜੀ, ਹਨਾ, 15-20 ਬੋਡੀਗਾਰਡ ਰੱਖੇ ਆ ਜੀ। ਇਹ ਚੀਜ਼ਾਂ ਨਾ ਦੇਖੋ, ਕਿਉਂਕਿ ਸਭ ਤੋਂ ਜ਼ਿਆਦਾ ਭੀੜ ਸਬਜ਼ੀ ਮੰਡੀ ਦੇ ਵਿੱਚ ਹੁੰਦੀ ਆ। ਹੀਰਿਆਂ ਦੀ ਦੁਕਾਨ ਤੇ ਕਦੇ ਭੀੜ ਨਹੀਂ ਹੁੰਦੀ, ਗੁਰਮੁਖ ਪਿਆਰਿਆਂ ਦੀ ਕਦੇ ਭੀੜ ਨਹੀਂ ਹੁੰਦੀ। ਮਨਮੁਖਾਂ ਦੀ ਭੀੜ ਲੱਗੀ ਰਹਿੰਦੀ ਆ, ਭਰਿਆ ਪਿਆ, ਭਰਿਆ ਪਿਆ। ਇਸ ਕਰਕੇ ਭੇੜ ਚਾਲ ਨਾ ਬਣਿਆ ਕਰੋ। ਇਹ ਨਹੀਂ ਦੁਨੀਆ ਉਧਰ ਤੁਰੀ, ਤੁਸੀਂ ਵੀ ਉਧਰ ਚਲ ਜਾਓ। ਇੱਕ ਬੱਕਰੀ ਨੇ ਛਲਾਂਗ ਮਾਰੀ, ਬਾਕੀ ਸਾਰੀਆਂ ਬੱਕਰੀਆਂ ਪਿੱਛੇ ਛਲਾਂਗਾਂ ਮਾਰਦੀਆਂ। ਇਸ ਤਰ੍ਹਾਂ ਦੇ ਆਪਣਾ ਜੀਵਨ ਨਾ ਬਣਾਓ। ਗੁਰੂ ਬਣਾਉਣ ਤੋਂ ਪਹਿਲਾਂ, ਸੰਤ ਮਹਾਂਪੁਰਸ਼ ਦੇ ਚਰਨੀ ਲੱਗਣ ਤੋਂ ਪਹਿਲਾਂ ਉਹਦੀ ਸੰਗਤ ਕਰਨੀ ਸਿੱਖੋ। ਉਹਦੀ ਸਾਸੰਗ ਸੁਣੋ, ਉਹਦੀ ਕਥਾ ਸੁਣੋ, ਉਹਦੇ ਬੈਠੋ, ਉਹਦੇ ਕੋਲ ਜਾ ਕੇ ਉਹਦੇ ਵਿਚਾਰ ਸੁਣੋ। ਜੇ ਉਹਦਾ ਵਿਚਾਰ ਸੁਣ ਕੇ, ਉਹਦੀ ਸਾਸੰਗ ਸੁਣ ਕੇ, ਉਹਦਾ ਕੀਰਤਨ ਸੁਣ ਕੇ ਤੁਹਾਡੇ ਅੰਦਰ ਵੀ ਬਦਲਾਅ ਆ ਰਿਹਾ, ਤੁਹਾਡਾ ਰਹਿਣ ਸਹਿਣ ਬਦਲਦਾ ਪਿਆ, ਤੁਹਾਡੀ ਬਾਣੀ ਬਦਲਦੀ ਪਈ, ਤੁਹਾਡੀ ਬੋਲੀ ਬਦਲਦੀ ਪਈ ਆ, ਤੁਹਾਡੇ ਜੀਵਨ 'ਚ ਕੁਛ ਨਾ ਕੁਛ ਬਦਲਾਅ ਆ ਰਿਹਾ, ਸਮਝੋ ਉਹ ਠੀਕ ਆ। ਫਿਰ ਉਸ ਨੂੰ ਆਪਣਾ ਗੁਰੂ ਮੁਰਸ਼ਿਦ ਬਣਾਓ, ਫਿਰ ਉਹਦੇ ਮਰੀਦ ਬਣੋ। ਔਰ ਦੂਜੀ ਗੱਲ, ਸੱਚਾ ਗੁਰੂ ਸੰਤ ਮਹਾਂਪੁਰਸ਼ ਕਦੇ ਤੁਹਾਨੂੰ ਬਾਹਰ ਦੀ ਭਗਤੀ ਨਹੀਂ ਕਰਾਵੇਗਾ, ਬਾਹਰ ਦੇ ਕਰਮ ਕਾਂਡ ਨਹੀਂ ਕਰਾਏਗਾ ਕਿ ਆ ਵੀਰਵਾਰ ਨੂੰ ਨਾਰੀਅਲ ਇੱਥੇ ਤਾਰ ਦੇ, ਐਤਵਾਰ ਨੂੰ ਨਾਰੀਅਲ ਪਾਣੀ ਵਿੱਚ ਬਹਾ ਦੇ,
ਜਾਂ ਆਹ ਉਪਾਏ ਕਰ ਦੇ, ਜਾਂ ਕੜਾਹੀਆਂ ਦੇ ਦੇ, ਜਾਂ ਲੱਡੂ ਆਹ ਦੇ ਦੇ, ਇਹ ਚੀਜ਼ਾਂ ਮਗਰ ਨਹੀਂ ਗੁਰੂ ਕਰਾਏਗਾ। ਬਾਹਰ ਦਾ ਕਰਮ ਨਹੀਂ ਗੁਰੂ ਕਰਾਏਗਾ। ਇਹ ਰਿੱਧੀ ਸਿੱਧੀਆਂ ਦਾ ਹਿਸਾਬ ਕਿਤਾਬ ਆ, ਇਹ ਨਿਚਲੇ ਲੈਵਲ ਦੇ ਸੌਦੇ ਆ, ਇਹ ਦੁੱਖ ਦੇ ਕਾਰਨ ਆ। ਅਸੀਂ ਸਿੱਧ ਕਿਹਨੂੰ ਕਰਨਾ? ਸਿੱਧ ਕਰਕੇ ਕੀ ਦਿਖਾਣਾ ਚਾਹੁੰਦੇ ਹਾਂ ਅਸੀਂ? ਇਹ ਤਾਂ ਪ੍ਰੇਮ ਦਾ ਸੌਦਾ। ਪ੍ਰੇਮ ਕਰੋ, ਪ੍ਰੇਮ ਕਰੋ, ਭਗਤੀ ਕਰੋ, ਬਸ। ਭਗਤੀ ਰੱਬ ਨੂੰ ਪਾਉਣ ਵਾਸਤੇ ਹੋਣੀ ਚਾਹੀਦੀ। ਭਗਤੀ ਆਪਣੇ ਆਪ ਨੂੰ ਜਾਣਨ ਵਾਸਤੇ ਹੋਣੀ ਚਾਹੀਦੀ ਹੈ। ਭਗਤੀ ਆਨੰਦ ਲੈਣ ਵਾਸਤੇ ਹੋਣੀ ਚਾਹੀਦੀ। ਭਗਤੀ ਆਪਣਾ ਆਪ ਸਵਾਰਨ ਵਾਸਤੇ ਹੋਣੀ ਚਾਹੀਦੀ ਹੈ। ਇਹ ਨਹੀਂ ਅਸੀਂ ਭਗਤੀ ਕਰਕੇ, ਦ੍ਰਿਸ਼ਟੀ ਪ੍ਰਾਪਤ ਕਰਕੇ ਦੂਜਿਆਂ ਘਰਾਂ ਝਾਤੀ ਮਾਰਨੀ, ਏਦਾਂ ਕੰਮ ਨਹੀਂ ਹੋਣਾ ਚਾਹੀਦਾ। ਸੱਚਾ ਗੁਰੂ ਤੁਹਾਨੂੰ ਬਾਹਰ ਦੇ ਕਰਮ ਕਾਂਡ ਨਹੀਂ ਕਰਾਏਗਾ, ਉਹ ਤੁਹਾਨੂੰ ਅੰਤਰ ਦੇ ਵਿੱਚ ਜੋੜੇਗਾ, ਸੱਚ ਦੇ ਨਾਲ ਜੋੜੇਗਾ। ਕਿਉਂਕਿ ਸੁੱਖ ਤੁਹਾਡੇ ਅੰਦਰ ਆ, ਆਨੰਦ ਤੁਹਾਡੇ ਅੰਦਰ ਆ, ਬਾਹਰ ਕਿਤੇ ਲੱਭਣ ਨਹੀਂ ਮਿਲਣਾ। ਜੇ ਅੰਦਰ ਸੁੱਖ ਨਹੀਂ ਨਾ ਮਿਲਿਆ ਤਾਂ ਬਾਹਰ ਵੀ ਤੁਹਾਨੂੰ ਕਿਤੇ ਨਹੀਂ ਮਿਲਣਾ। ਜੇ ਤੁਹਾਨੂੰ ਆਪਣੇ ਅੰਦਰ ਨਹੀਂ ਆਨੰਦ ਮਿਲਿਆ ਤਾਂ ਬਾਹਰ ਵੀ ਤੁਹਾਨੂੰ ਕਿਤੇ ਆਨੰਦ ਨਹੀਂ ਮਿਲਣਾ। ਇਹ ਪੱਕੀ ਗੱਲ ਹੈ। ਇਹ ਦਾਸ ਦੇ ਅਨੁਭਵ ਆ ਆਪਣੇ। ਔਰ ਗੁਰੂ ਕੋਲੋਂ ਨਾਮ ਸ਼ਬਦ ਲੈ ਕੇ ਉਹਦਾ ਰੋਜ਼ ਅਭਿਆਸ ਕਰੋ। ਗੁਰੂ ਨੂੰ ਹਰ ਟਾਈਮ ਯਾਦ ਰੱਖੋ। ਗੁਰੂ ਨੂੰ ਹਰ ਪਲ ਆਪਣੇ ਨਾਲ ਰੱਖੋ। ਉਹਨੂੰ ਮਹਿਸੂਸ ਕਰੋ। ਹਰ ਗੱਲ 'ਚ ਉਹਨੂੰ ਸ਼ਾਮਲ ਕਰ ਲਓ। ਜਦੋਂ ਅਸੀਂ ਪ੍ਰਮਾਤਮਾ ਨੂੰ, ਗੁਰੂ ਮਹਾਰਾਜ ਨੂੰ ਆਪਣੇ ਨਾਲ ਰੱਖਾਂਗੇ, ਹਰ ਗੱਲ ਵਿੱਚ ਉਹਨੂੰ ਸ਼ਾਮਲ ਕਰਾਂਗੇ, ਤਾਂ ਅਸੀਂ ਗਲਤ ਕਰਮ ਕਰਨ ਤੋਂ ਬਚ ਜਾਵਾਂਗੇ। ਅਸੀਂ ਦੁੱਖਾਂ ਤੋਂ ਬਚ ਜਾਵਾਂਗੇ। ਉਹਨੂੰ ਹਰ ਚੀਜ਼ ਸ਼ਾਮਲ ਕਰ ਲਓ। ਰੋਟੀ ਖਾਣੇ ਹੋ, ਪ੍ਰਭੂ ਪ੍ਰਸ਼ਾਦਾ ਹਾਜ਼ਰ ਹੈ, ਲੰਗਰ ਹਾਜ਼ਰ ਆ, ਭੋਗ ਲਾਓ, ਛਕੋ, ਨਾਲੇ ਮੈਨੂੰ ਵੀ ਛਕਣ ਦੀ ਆਗਿਆ ਦਿਓ। 5 ਵਾਰ ਜਾਂ 1 ਮਿੰਟ ਜਾਂ 2 ਮਿੰਟ ਰੋਟੀ ਖਾਣ ਤੋਂ ਪਹਿਲਾਂ ਸਿਮਰਨ ਕਰਿਆ ਕਰੋ। ਸਿਮਰਨ ਕਰਕੇ ਫਿਰ ਆਪਣਾ ਭੋਜਨ ਖਾਇਆ ਕਰੋ, ਰੋਟੀ ਖਾਇਆ ਕਰੋ। ਇਹ ਨਹੀਂ ਸਿੱਧੇ ਬਾਹਰੋਂ ਆਏ ਬੈਠੇ ਠਾ ਠਾ ਖਾਣਾ ਸ਼ੁਰੂ ਕਰ ਦਿੱਤਾ। ਬੈਠ ਕੇ ਅੱਗੇ ਭੋਜਨ ਪਿਆ, ਰੋਟੀ ਪੀ ਅੱਗੇ, ਤਾਂ ਅੱਖਾਂ ਬੰਦ ਕਰਕੇ ਅੰਤਰ ਦੇ ਵਿੱਚ ਆਪਣੇ ਗੁਰੂ ਮੁਰਸ਼ਦ ਨੂੰ ਯਾਦ ਕਰੋ। ਉਸ ਪਰਮਾਤਮਾ ਨੂੰ ਯਾਦ ਕਰੋ। ਉਹਦੇ ਚਰਨਾਂ 'ਚ ਬੇਨਤੀ ਕਰੋ, ਪ੍ਰਭੂ ਲੰਗਰ ਹਾਜ਼ਰ ਹੈ ਜਾਂ ਭੋਜਨ ਹਾਜ਼ਰ ਹੈ, ਰੋਟੀ ਹਾਜ਼ਰ ਹੈ, ਪ੍ਰਭੂ ਭੋਜਨ ਹਾਜ਼ਰ ਹੈ, ਭੋਗ ਲਾਓ, ਤੁਸੀਂ ਵੀ ਛਕੋ ਤੇ ਮੈਨੂੰ ਵੀ ਛਕਣ ਦੀ ਆਗਿਆ ਦਿਓ। ਬਸ ਇੰਨੇ ਕਰਕੇ 2 ਮਿੰਟ ਸਿਮਰਨ ਕਰਕੇ ਫਿਰ ਆਪਣਾ ਭੋਜਨ ਰੋਟੀ ਖਾਇਆ ਕਰੋ। ਔਰ ਇੱਕ ਟਾਈਮ ਤੇ ਇੱਕ ਕੰਮ ਕਰਿਆ ਕਰੋ। ਰੋਟੀ ਜਦੋਂ ਖਾਂਦੇ ਟੀਵੀ ਬੰਦ ਕਰ ਦਿਆ ਕਰੋ, ਮੋਬਾਈਲ ਬੰਦ ਕਰ ਦਿਆ ਕਰੋ, ਗੱਲਾਂ ਨਾ ਕਰਿਆ ਕਰੋ। ਇੱਕ ਟਾਈਮ ਤੇ ਇੱਕ ਕੰਮ ਕਰਿਆ ਕਰੋ। ਰੋਟੀ ਖਾਣੇ ਤੇ ਰੋਟੀ ਖਾਇਆ ਕਰੋ। ਜਦੋਂ ਤੁਸੀਂ ਧਿਆਨ ਲਗਾ ਕੇ ਇਕਾਗਰ ਹੋ ਕੇ ਰੋਟੀ ਖਾਓਗੇ, ਤੁਹਾਨੂੰ ਰੋਟੀ ਦਾ ਸਵਾਦ ਆਵੇਗਾ, ਤੁਹਾਨੂੰ ਆਨੰਦ ਆਵੇਗਾ, ਫਿਰ ਤੁਹਾਨੂੰ ਸੁਪਨੇ ਵੀ ਵਧੀਆ ਆਉਣਗੇ। ਹੁਣ ਕਈਆਂ ਲੋਕਾਂ ਦੇ ਸਵਾਲ ਹੁੰਦੇ, ਬਾਬਾ ਜੀ ਰਾਤ ਨੂੰ ਸਾਨੂੰ ਸੁਪਨੇ ਬੜੇ ਭੈੜੇ ਆਉਂਦੇ ਆ, ਸਾਨੂੰ ਬੱਚੇ ਬਹੁਤ ਡਰਦੇ ਆ। ਕਈਆਂ ਦੇ ਬੱਚੇ ਬਾਬੇ ਡਰਦੇ ਬਹੁਤ ਆ, ਰਾਤ ਨੂੰ ਰੋਂਦੇ ਆ, ਚੀਕਾਂ ਮਾਰਨ ਲੱਗ ਪੈਂਦੇ ਆ, ਹਨਾ, ਕੰਬਦੇ ਆ, ਕਿਉਂਕਿ ਬੱਚੇ ਕਾਰਟੂਨ ਦੇਖ ਕੇ ਸੌਂਦੇ ਆ, ਭੂਤ ਪ੍ਰੇਤਾਂ ਦੇ ਕਾਰਟੂਨ ਦੇਖਦੇ ਨੇ, ਹਨਾ। ਫਿਰ ਰਾਤ ਨੂੰ ਬੱਚੇ ਸੁਪਨੇ ਵਿੱਚ ਉਹੀ ਡਰੀ ਜਾਂਦੇ ਨੇ, ਚੀਕਾਂ ਮਾਰੀ ਜਾਂਦੇ ਆ, ਫਿਰ ਮਾਂ-ਬਾਪ ਨੂੰ ਪਰੇਸ਼ਾਨ ਕਰਦੇ ਆ। ਹੁਣ ਵੱਡੇ ਬੱਚੇ ਆ, ਵੱਡੇ ਲੋਕ ਨੇ, ਮੁੰਡੇ ਕੁੜੀਆਂ ਜੋ ਵੀ ਲੈ ਲਓ, ਹਨਾ, ਵੱਡੇ ਆਪਾਂ, ਹਨਾ, ਆਪਾਂ ਵੀ ਰਾਤ ਨੂੰ ਰੋਟੀ ਇਕਾਗਰ ਹੋ ਕੇ ਖਾਵਾਂਗੇ, ਇੱਕ ਚਿੱਤ ਹੋ ਕੇ ਖਾਵਾਂਗੇ ਤੇ ਆਨੰਦ ਮਿਲੇਗਾ। ਜੇ ਅਸੀਂ ਰੋਟੀ ਖਾਂਦੇ ਖਾਂਦੇ ਟੀਵੀ ਦੇਖਾਂਗੇ, ਗਾਣੇ ਸੁਣਾਂਗੇ ਜਾਂ ਮੋਬਾਈਲ ਦੇਖਾਂਗੇ, ਸਾਡੇ ਰਾਤ ਨੂੰ ਸੁਪਨੇ ਵੀ ਤਾਂ ਉੱਦਾਂ ਦੇ ਆਣੇ ਆ। ਠੀਕ ਹੈ ਨਾ, ਸੁਪਨੇ ਵੀ ਉੱਦਾਂ ਹੀ ਆਣੇ ਆ। ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ, ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ, ਆਪਣੀ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰੋ। ਘਰੋਂ ਜਾਂਦੇ ਹੋ ਕੰਮ ਤੇ ਤਾਂ ਘਰੇ ਬੇਨਤੀ ਕਰਿਆ ਕੋ, ਗੁਰੂ ਮਹਾਰਾਜ ਦੀ ਫੋਟੋ ਅੱਗੇ ਖੜ ਕੇ ਜਾਂ ਗੁਰੂ ਮਹਾਰਾਜ ਸਰੂਪ ਅੱਗੇ ਖੜ ਕੇ, ਕਿ ਗੁਰੂਦੇਵ ਅਸੀਂ ਕੰਮ ਤੇ ਜਾ ਰਹੇ ਹਾਂ, ਤੁਸੀਂ ਕਿਰਪਾ ਕਰਨੇ, ਨਾਲ ਨਾ ਰਹਿਣਾ, ਅੰਗ ਸੰਗ ਸਹਾਈ ਰਹਿਣਾ। ਠੀਕ ਹੈ ਨਾ। ਜਦੋਂ ਘਰੋਂ ਕੰਮ ਤੇ ਚਲੇ ਜਾਂਦੇ ਹੋ ਜਾਂ ਵਾਪਸ ਸ਼ਾਮ ਨੂੰ ਆਉਂਦੇ ਹੋ ਤਾਂ ਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਕਿ ਗੁਰੂਦੇਵ ਸ਼ੁਕਰਾਨਾ, ਤੁਹਾਡੀ ਕਿਰਪਾ ਨਾਲ ਮੈਂ ਕੰਮ ਤੋਂ ਆ ਗਿਆ, ਹਨਾ। ਤੇ ਸ਼ਾਮ ਨੂੰ ਸੌਣ ਲੱਗੇ ਪੂਰਾ ਪਰਿਵਾਰ, ਹਨਾ, ਬੈਠ ਕੇ ਅੱਧਾ ਘੰਟਾ ਬੈਠ ਕੇ ਬੰਦਗੀ ਕਰਿਆ ਕਰੋ, ਪੂਰਾ ਪਰਿਵਾਰ ਬੈਠ ਕੇ। ਆਪਣਾ ਜੀਵਨ ਤੁਸੀਂ ਬਣਾਉਣਾ, ਤੁਹਾਡੇ ਹੱਥ ਵਿੱਚ ਆ। ਸੁਧਾਰਨਾ ਜਾਂ ਵਿਗਾੜਨਾ ਇਹ ਤਾਂ ਸਭ ਤੁਹਾਡੇ ਹੱਥ। ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ ਥੋੜਾ।
ਪਤਾ ਨਹੀਂ, ਦੇਖੋ ਤੁਸੀਂ ਕਦੇ ਬੈਠ ਕੇ ਸੋਚਣਾ, ਵਿਚਾਰ ਕਰਨਾ, ਕਰੋੜਾਂ ਹੀ ਦੁਨੀਆ ਆ ਕੇ ਚਲੀ ਗਈ, ਅੱਗੇ ਵੀ ਆ ਕੇ ਚਲੇ ਜਾਣਾ, ਅਸੀਂ ਵੀ ਚਲੇ ਜਾਣਾ, ਠੀਕ ਹੈ ਨਾ। ਸਭ ਨੇ ਇੱਕ ਨਾ ਇੱਕ ਦਿਨ ਵਾਪਸ ਜਾਣਾ ਹੀ, ਪਰ ਕਿੱਥੇ ਜਾਣਾ ਇਹਦੀ ਖੋਜ ਕਰ ਲੈਣੀ ਚਾਹੀਦੀ ਹੈ। ਸੰਸਾਰ ਅੱਜ ਦਾ ਨਹੀਂ ਹੈ, ਪਤਾ ਨਹੀਂ ਕਦ ਦੀ ਇਹ ਸ੍ਰਿਸ਼ਟੀ ਬੜੀ ਹੋਈ ਹੈ, ਕਿੰਨੇ ਯੁੱਗ ਬੀਤ ਗਏ, ਅੱਗੇ ਵੀ ਚਲੀ ਜਾਣਾ। ਅਸੀਂ ਆਪਣੇ ਅੱਖਾਂ ਨਾਲ ਦੇਖ ਹੀ ਜਾ ਰਹੇ ਕਿ ਉਹ ਵੀ ਜਾ ਰਿਹਾ, ਉਹ ਵੀ ਜਾ ਰਿਹਾ, ਉਹ ਵੀ ਜਾ ਰਿਹਾ, ਆਪਾਂ ਵੀ ਤਾਂ ਇੱਕ ਦਿਨ ਜਾਣਾ। ਫਿਰ ਆਪਾਂ ਤਿਆਰੀ ਕਿਉਂ ਨਹੀਂ ਕਰਦੇ, ਆਪਾਂ ਸਿਮਰਨ ਕਿਉਂ ਨਹੀਂ ਕਰਦੇ, ਬੰਦਗੀ ਕਿਉਂ ਨਹੀਂ ਕਰਦੇ, ਭਗਤੀ ਕਿਉਂ ਨਹੀਂ ਕਰਦੇ, ਸੰਸਾਰ ਕਿਉਂ ਇਕੱਠਾ ਕਰੀਏ? ਉਹ ਇਕੱਠਾ ਕਰੀਏ ਜਿਹੜਾ ਨਾਲ ਨਹੀਂ ਜਾਣਾ। ਧਨ ਪਦਾਰਥ ਇਕੱਠੇ ਕਰੀ ਜਾਣੇ, ਆਹ ਵੀ ਇਕੱਠਾ ਕਰ ਲਈਏ, ਉਹ ਵੀ ਇਕੱਠਾ ਕਰ ਲਈਏ, ਜਿਹੜਾ ਨਾਲ ਹੀ ਨਹੀਂ ਜਾਣਾ ਉਹ ਅਸੀਂ ਇਕੱਠਾ ਕਿਉਂ ਕਰਦੇ ਪਏ? ਸਾਨੂੰ ਆਨੰਦ ਲੈਣਾ ਚਾਹੀਦਾ। ਜਿਹੜੀ ਇਕੱਠੀ ਕਰਨ ਵਾਲੀ ਚੀਜ਼ ਉਹ ਅਸੀਂ ਇਕੱਠੀ ਨਹੀਂ ਕਰਦੇ, ਬੰਦਗੀ ਨਹੀਂ ਇਕੱਠੀ ਕਰਦੇ, ਭਗਤੀ ਨਹੀਂ ਇਕੱਠੀ ਕਰਦੇ, ਨਾਮ ਸਿਮਰਨ ਦੀ ਕਮਾਈ ਨਹੀਂ ਕਰਦੇ, ਜਿਹੜੀ ਸਾਡੇ ਨਾਲ ਜਾਣੀ ਹੈ ਅਸੀਂ ਉਹ ਇਕੱਠੀ ਕਰੀ ਜਾ ਰਹੇ ਹਾਂ, ਜਿਹੜੀ ਸਾਡੇ ਨਾਲ ਨਹੀਂ ਜਾਣੀ। ਮੇਰੇ ਗੁਰੂਦੇਵ ਬਲਜੀਤ ਸਿੰਘ ਮਹਾਰਾਜ ਜੀ, ਹਾਜ਼ਰ ਹਜ਼ੂਰ ਬਲਜੀਤ ਸਿੰਘ ਮਹਾਰਾਜ ਜੀ ਮੇਰੇ ਗੁਰੂਦੇਵ ਕਹਿੰਦੇ ਹੁੰਦੇ ਆ ਕਿ ਬੇਟੇ ਉਹ ਕਮਾਈ ਕਰੋ, ਮੈਂ ਤੁਹਾਡੇ ਨਾਲ, ਹਮੇਸ਼ਾ ਤੁਹਾਡੇ ਨਾਲ ਆ, ਉਹ ਕਮਾਈ ਕਰੋ, ਦਿਨ ਰਾਤ ਕਰੋ, ਚਾਹੇ ਮੈਂ ਤੁਹਾਨੂੰ ਰੋਕੂੰਗਾ ਨਹੀਂ, ਪਰ ਉਹ ਕਮਾਈ ਕਰੋ ਜਿਹੜੀ ਤੁਹਾਡੇ ਨਾਲ ਜਾਣੀ ਆ, ਤੁਹਾਡੀ ਆਪਣੀ ਕਮਾਈ ਜਿਹੜੀ ਤੁਹਾਡੇ ਕੋਈ ਖੋ ਨਹੀਂ ਸਕਦਾ, ਉਹ ਕਮਾਈ ਕਰੋ, ਉਹਦੇ ਵਿੱਚ ਮੈਂ ਤੁਹਾਡੇ ਨਾਲ, ਹਮੇਸ਼ਾ ਤੁਹਾਡੇ ਨਾਲ ਆ। ਜਿਹੜੀ ਕਮਾਈ ਤੁਹਾਡੀ ਆਪਣੀ ਨਹੀਂ ਹੈਗੀ, ਤੁਹਾਡੇ ਨਾਲ ਨਹੀਂ ਜਾਣੀ, ਅਸੀਂ ਉਹਦੇ ਪਿੱਛੇ ਆਪਣਾ ਜੀਵਨ, ਇਹ ਹੀਰੇ ਜੈਸਾ ਜੀਵਨ ਖਰਾਬ ਕਰੀ ਜਾ ਰਹੇ ਹਾਂ, ਵਿਅਰਥ ਕਰੀ ਜਾ ਰਹੇ ਹਾਂ। ਜੀਵਨ 'ਚ ਜੋ ਕੁਝ ਵੀ ਹੈ ਸਾਡੇ ਆਨੰਦ ਲੈਣ ਵਾਸਤੇ ਆ। ਗੁਰੂ ਨੇ ਸਾਨੂੰ ਨਾਮ ਸ਼ਬਦ ਦੇ ਦਿੱਤਾ, ਠੀਕ ਹੈ। ਹੁਣ ਨਾਮ ਸ਼ਬਦ ਲੈ ਕੇ ਅਸੀਂ ਘਰੇ ਆ ਉਹ ਵਰਤਿਆ ਹੀ ਨਹੀਂ, ਉਹਦਾ ਅਭਿਆਸ ਹੀ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਤਾਂ ਉਹਦਾ ਫਾਇਦਾ ਕੀ ਹੋਇਆ? ਅਸੀਂ ਧਨ ਇਕੱਠਾ ਕਰ ਲਿਆ, ਪੈਸਾ ਇਕੱਠਾ ਕਰ ਲਿਆ, ਉਹਨੂੰ ਦੱਬ ਦਿੱਤਾ ਧਰਤੀ ਦੇ ਵਿੱਚ ਜਾਂ ਬੈਂਕਾਂ ਵਿੱਚ ਭਰ ਦਿੱਤਾ, ਉਹਦਾ ਆਨੰਦ ਹੀ ਨਹੀਂ ਲਿੱਤਾ, ਉਹਦਾ ਫਾਇਦਾ ਹੀ ਨਹੀਂ ਲਿੱਤਾ, ਤਾਂ ਉਹਦਾ ਫਾਇਦਾ ਕੀ ਹੋਇਆ? ਫਿਰ ਇਹਨੇ ਧਨ ਦਾ ਫਾਇਦਾ ਕੀ ਹੋਇਆ? ਦਵਾਈ ਲੈ ਆਂਦੀ ਡਾਕਟਰ ਦੇ ਕੋਲੋਂ, ਡਾਕਟਰ ਕੋਲ ਦਵਾਈ ਲੈ ਕੇ ਅਲਮਾਰੀ ਵਿੱਚ ਰੱਖ ਦਿੱਤੀ ਜਾਂ ਕਿਸੇ ਘਰ ਦੇ ਵਿੱਚ ਕੋਨੇ ਵਿੱਚ ਰੱਖਤੀ, ਖਾਧੀ ਹੈ ਨਹੀਂ, ਤਾਂ ਉਸ ਦਵਾਈ ਦਾ ਫਾਇਦਾ ਕੀ ਆ? ਉਸ ਦਵਾਈ ਦਾ ਫਾਇਦਾ ਕੀ ਆ? ਆਰਾਮ ਕਿੱਦਾਂ ਆਵੇਗਾ? ਅਸੀਂ ਫਾਇਦਾ ਹੀ ਨਹੀਂ ਉਸ ਦਵਾਈ ਦਾ ਲਿੱਤਾ। ਇਸੇ ਤਰ੍ਹਾਂ ਹੀ ਗੁਰੂ ਤੋਂ ਨਾਮ ਸ਼ਬਦ ਲੈਣੇ ਆ, ਜੇ ਨਾਮ ਹੀ ਨਾ ਜਪਿਆ, ਬੰਦਗੀ ਨਾ ਕੀਤੀ, ਅਭਿਆਸ ਹੀ ਨਾ ਕੀਤਾ, ਤਾਂ ਗੁਰੂ ਤੋਂ ਨਾਮ ਸ਼ਬਦ ਲੈਣ ਦਾ ਕੀ ਫਾਇਦਾ? ਅਸੀਂ ਆਪ ਤਾਂ ਦੁਖੀ ਹੈ ਆਪਣੇ ਆਪ, ਆਪਣੇ ਗੁਰੂ ਨੂੰ ਵੀ ਅਸੀਂ ਦੁਖੀ ਕਰਦੇ ਹਾਂ। ਅਸੀਂ ਦੁਖੀ ਹਾਂ ਕਿ ਗੁਰੂ ਸਾਨੂੰ ਦੇਖ ਕੇ ਦੁਖੀ, ਆਪਣੇ ਬੱਚਿਆਂ ਨੂੰ ਦੁਖੀ ਦੇਖ ਕੇ ਕਿ ਗੁਰੂ ਖੁਸ਼ ਰਹੇਗਾ? ਕੀ ਮਾਂ-ਬਾਪ ਆਪਣੇ ਬੱਚਿਆਂ ਨੂੰ ਦੁਖੀ ਦੇਖ ਕੇ ਖੁਸ਼ ਹੁੰਦੇ ਨੇ? ਜਦ ਮਾਂ-ਬਾਪ ਆਪਣੇ ਬੱਚਿਆਂ ਨੂੰ ਦੁਖੀ ਦੇਖ ਕੇ ਖੁਸ਼ ਨਹੀਂ ਹੁੰਦੇ, ਤਾਂ ਗੁਰੂ ਸਾਨੂੰ ਦੇਖ ਕੇ ਕਿੱਦਾਂ ਖੁਸ਼ ਹੋਵੇਗਾ? ਗੁਰੂ ਸਾਨੂੰ ਦੁਖੀ ਦੇਖ ਕੇ ਕਿੱਦਾਂ ਖੁਸ਼ ਹੋਵੇਗਾ? ਅਸੀਂ ਆਪ ਵੀ ਦੁਖੀ, ਆਪਣੇ ਗੁਰੂ ਨੂੰ ਵੀ ਦੁਖੀ ਕਰ ਲੈਂਦੇ ਹਾਂ। ਗੁਰੂ ਤੁਹਾਡੇ ਕੋਈ ਚੀਜ਼ ਥੋੜੀ ਮੰਗਦਾ, ਕੋਈ ਪੈਸਾ ਥੋੜੀ ਮੰਗਦਾ, ਕੋਈ ਧਨ ਦੌਲਤ ਥੋੜੀ ਮੰਗਦਾ, ਕੋਈ ਗੱਡੀਆਂ ਕਾਰਾਂ ਥੋੜੀ ਮੰਗਦਾ। ਗੁਰੂ ਤੁਹਾਨੂੰ ਕਹਿੰਦਾ ਬੇਟੇ ਭਗਤੀ ਕਰੋ, ਸਿਮਰਨ ਕਰੋ, ਮੈਨੂੰ ਇੱਕੋ ਚੀਜ਼ ਚਾਹੀਦੀ ਬਸ, ਬੰਦਗੀ ਕਰੋ, ਬੰਦਗੀ ਕਰੋ, ਭਗਤੀ ਕਰੋ। ਉਹ ਵੀ ਤੁਸੀਂ ਆਪਣੇ ਲਈ ਕਰਨੀ ਹੈ, ਗੁਰੂ ਵਾਸਤੇ ਨਹੀਂ ਕਰਨੀ। ਫਿਰ ਵੀ ਗੁਰੂ ਆਪਣਾ ਸਮਾਂ ਤੁਹਾਡੇ ਲਈ 24 ਘੰਟੇ ਤੁਹਾਨੂੰ ਦੇ ਰਿਹਾ, ਤੁਹਾਡੇ ਲਈ ਹਾਜ਼ਰ ਆ। ਜਦੋਂ ਮਰਜ਼ੀ ਯਾਦ ਕਰੋ, ਤੁਹਾਨੂੰ ਹਾਜ਼ਰ ਹੋਵੇਗਾ ਤੁਹਾਡੇ ਕੋਲ। ਇੱਕੋ ਕੰਮ ਦਿੱਤਾ, ਬੰਦਗੀ, ਸਿਮਰਨ ਕਰੋ, ਸਿਮਰਨ ਕਰੋ, ਸਿਮਰਨ ਕਰੋ, ਕਰੋ ਬਸ। ਏਦਾਂ ਦੀ ਕਮਾਈ ਕਰੋ, ਜਦੋਂ ਸੰਸਾਰ ਤੁਸੀਂ ਜਾਣਾ ਹੋਵੇ ਤਾਂ ਤੁਸੀਂ ਖੁਸ਼ ਹੋਵੋ ਕਿ ਮੇਰਾ ਗੁਰੂ ਮੈਨੂੰ ਲੈਣ ਵਾਸਤੇ ਆਇਆ। ਖੁਸ਼ ਹੋਣਾ ਚਾਹੀਦਾ, ਖੁਸ਼ੀ ਦਾ ਟਿਕਾਣਾ ਨਹੀਂ ਤੁਹਾਡਾ ਹੋਣਾ ਚਾਹੀਦਾ। ਤੁਸੀਂ ਸੰਸਾਰ 'ਚ ਜਾਓ, ਅਲਵਿਦਾ ਹੋਵੋ, ਤੇ ਤੁਸੀਂ ਖੁਸ਼ੀ ਜਾਓ, ਤੇ ਦੁਨੀਆ ਦੇਖ ਕੇ ਰੋਵੇ ਤੁਹਾਨੂੰ ਦੇਖ ਕੇ ਕਿ ਕੋਈ ਜਾ ਰਿਹਾ, ਕੋਈ ਆਪਣਾ ਸਾਡੇ ਤੋਂ ਦੂਰ ਜਾ ਰਿਹਾ, ਤੁਹਾਡੀ ਉਹਨੂੰ ਕਮੀ ਮਹਿਸੂਸ ਹੋਵੇ। ਇਹ ਜੀ ਆਪਣੇ ਆਪ ਨੂੰ ਇਹ ਜੀ ਕਮਾਈ ਕਰਕੇ ਜਾਓ। ਆਪਣੇ ਆਪ ਨੂੰ ਇਹ ਜਿਹਾ ਬਣਾਓ। 24 ਘੰਟੇ ਦਸਵੰਧ ਘੱਟੋ ਘੱਟ 2.5 ਘੰਟੇ ਮੰਨਦਾ, ਰੋਜ਼ 2.5 ਘੰਟੇ ਭਜਨ ਸੇਵਾ ਦਾ ਅਭਿਆਸ ਜ਼ਰੂਰ ਕਰੋ। ਫਿਰ ਆਪਣੇ ਸੰਸਾਰ ਦੇ ਕੰਮ ਧੰਦਿਆ ਕਰੋ।
ਸਾਰੇ ਦੁੱਖਾਂ ਦੀ ਦਵਾਈ ਸਿਮਰਨ ਹੈ। ਤੁਹਾਡੇ ਹਰ ਸਵਾਲ ਦਾ ਜਵਾਬ ਸਿਮਰਨ ਹੈ। ਤੁਹਾਡੇ ਸਾਰੇ ਦੁੱਖਾਂ ਦੀ ਦਵਾਈ ਸਿਮਰਨ ਹੈ। ਸਿਮਰਨ ਕਰੋ, ਸਿਮਰਨ ਕਰੋ, ਸਿਮਰਨ ਕਰੋ। ਘੱਟੋ ਘੱਟ 2.5-3 ਘੰਟੇ ਦਾ ਡੇਲੀ ਤੁਹਾਡਾ ਅਭਿਆਸ ਹੋਣਾ ਚਾਹੀਦਾ। ਔਰ ਭਗਤੀ ਕਰਨ ਲਈ ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ। ਭਗਤੀ ਅੱਜ ਹੀ ਹੋ ਸਕਦੀ ਹੈ, ਕੱਲ ਨਹੀਂ ਹੋ ਸਕਦੀ। ਕੱਲ ਫੇਰ ਅੱਜ ਹੋ ਜਾਣਾ। ਤੇ ਕੱਲ ਦਾ ਕੀ ਭਰੋਸਾ? ਘੜੀ ਦਾ ਭਰੋਸਾ ਨਹੀਂ, ਪਲ ਦਾ ਭਰੋਸਾ ਨਹੀਂ, ਇੱਕ ਸਵਾਸ ਦਾ ਭਰੋਸਾ ਨਹੀਂ। ਅੰਦਰ ਆਇਆ, ਅੰਦਰ ਗਿਆ, ਬਾਹਰ ਆਣਾ ਨਹੀਂ ਆਣਾ। ਤੇ ਤੁਸੀਂ ਕਿਉਂ ਬੁੱਢੇ ਹੋਣ ਦਾ ਇੰਤਜ਼ਾਰ ਕਰਦੇ ਹੋ? ਕਿਉਂ ਤੁਸੀਂ ਬੁਢਾਪੇ ਦਾ ਇੰਤਜ਼ਾਰ ਕਰਦੇ ਹੋ? ਭਗਤੀ ਜਵਾਨੀ ਵਿੱਚ ਹੋ ਸਕਦੀ ਆ, ਅੱਜ ਹੀ ਹੋ ਸਕਦੀ ਆ। ਭਗਤੀ ਕਰਨ ਲਈ ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ। ਮੇਰੀ ਆਪ ਦੇ ਚਰਨਾਂ 'ਚ ਬੇਨਤੀ ਆ। ਪਲ ਦਾ ਭਰੋਸਾ ਨਹੀਂ ਹੈਗਾ, ਘੜੀ ਦਾ ਭਰੋਸਾ ਨਹੀਂ। ਬਾਰ-ਬਾਰ ਕਹਿ ਰਿਹਾ, ਐਵੇਂ ਆਪਣਾ ਸਮੇਂ ਨਾ ਖਰਾਬ ਕਰੋ, ਸਮੇਂ ਨਾ ਖਰਾਬ ਕਰੋ। ਇਹ ਬਹੁਤ ਕੀਮਤੀ ਸਮਾਂ ਆ, ਬੜਾ ਅਨਮੋਲ ਸਮਾਂ ਆ। ਇਹਨੂੰ ਸੰਭਾਲਣ ਦੀ ਕੋਸ਼ਿਸ਼ ਕਰੋ। ਆਪਣੇ 24,000 ਸਵਾਸ ਰੋਜ਼ ਦੇ ਮਿਲਦੇ ਪਏ। ਰੋਜ਼ ਦਾ ਕਿਰਾਇਆ ਅਸੀਂ ਪ੍ਰਮਾਤਮਾ ਨੂੰ ਦੇ ਰਹੇ ਹਾਂ। ਇਹਨੂੰ ਵਿਅਰਥ ਨਾ ਕਰੋ, ਇਹਦੀ ਸੰਭਾਲ ਕਰੋ। ਲੜਾਈ ਝਗੜੇ ਨਾ ਕਰੋ, ਨਿੰਦਿਆ ਚੁਗਲੀ ਨਾ ਕਰੋ, ਬੇਈਮਾਨੀਆਂ ਨਾ ਕਰੋ, ਹੇਰਾ ਫੇਰੀਆਂ ਨਾ ਕਰੋ, ਝੂਠ ਨਾ ਬੋਲੋ, ਨਿੰਦਿਆ ਚੁਗਲੀ ਨਾ ਕਰੋ। ਹੱਥ ਕਾਰਵਾਰ ਰੱਖੋ, ਦਿਲ ਯਾਰਵਾ ਰੱਖੋ। ਚੱਲਦੇ ਫਿਰਦੇ, ਉੱਡਦੇ, ਬਹਿੰਦੇ, ਸੌਂਦੇ, ਜਾਗਦੇ, ਨਹਾਉਂਦੇ, ਧੋਂਦੇ, ਹਰ ਟਾਈਮ ਉਹਦਾ ਸਿਮਰਨ ਕਰੋ। ਸਵਾਸ ਸਵਾਸ ਸਿਮਰਨ ਕਰੋ। ਤੁਹਾਡੇ ਅੰਤਰ ਸਿਮਰਨ ਚੱਲਦੇ ਰਹਿਣਾ ਚਾਹੀਦਾ। ਤੁਹਾਡੇ ਜੀਵਨ ਕਿੱਦਾਂ ਨਹੀਂ ਬਦਲਾਵ ਆਵੇਗਾ? ਜੇ ਕਰੋਗੇ ਤੇ ਜ਼ਰੂਰ ਬਦਲਾਵ ਆਵੇਗਾ। ਸਿਮਰਨ ਕਰੋ, ਬਸ ਸਿਮਰਨ ਕਰੋ। ਸਮੇਂ ਨਾ ਖਰਾਬ ਕਰੋ। ਸਮੇਂ ਨਾ ਖਰਾਬ ਕਰੋ। ਬਹੁਤ ਕੀਮਤੀ ਸਮੇਂ, ਬਹੁਤ ਅਨਮੋਲ ਸਮੇਂ। 84 ਲੱਖ ਜੋਨੀਆਂ ਤੋਂ ਬਾਅਦ ਇਹ ਜੀਵਨ ਮਿਲਿਆ। ਇਹ ਲਾਸਟ ਪੌੜੀ ਹੈ। ਇੱਕ ਵਾਰ ਇਸ ਪੌੜੀ ਤੋਂ ਆਪਾਂ ਫਿਸਲ ਗਏ ਤਾਂ ਫਿਰ ਸਾਨੂੰ 84 ਲੱਖ ਜੋਨੀਆਂ ਵਿੱਚ ਦੁਬਾਰਾ ਜਾਣਾ ਪੈ ਜਾਣਾ। ਫਿਰ ਕਰੋੜਾਂ ਹੀ ਜਨਮ ਲੱਗ ਜਾਂਦੇ ਆ ਜੂਨੀ ਮਿਲਣ ਤੇ, ਮਨੁੱਖੇ ਦੇਹ ਮਿਲਣ ਤੇ। ਪਤਾ ਨਹੀਂ ਮਿਲਣੀ, ਕੋਈ ਗਰੰਟੀ ਨਹੀਂ ਹੈਗੀ। ਦਰਖਤ ਬਣਾਂਗੇ, ਕੀੜੇ ਮਕੌੜੇ ਬਣਾਂਗੇ, ਗੰਦੀ ਨਾਲੀ ਦੇ ਕੀੜੇ ਬਣਾਂਗੇ, ਪਸ਼ੂ ਬਣਾਂਗੇ, ਜਾਨਵਰ ਬਣਾਂਗੇ। ਫਿਰ ਪਤਾ ਨਹੀਂ ਕੋਈ ਸਤਿਗੁਰੂ ਕੋਈ ਕਿਰਪਾ ਕਰੇ, ਕੋਈ ਮਹਾਪੁਰਸ਼ ਕਿਰਪਾ ਕਰੇ ਤਾਂ ਕਿਤੇ ਸਰੀਰ ਮਿਲੇ, ਕੋਈ ਗਰੰਟੀ ਨਹੀਂ ਹੈਗੀ। ਇਹ ਲਾਸਟ ਪੌੜੀ ਆ। ਇਹ ਜੀਵਨ ਜਿਹੜਾ ਸਰੀਰ ਮਿਲਿਆ ਨਾ, ਇਹ ਦੇਹ ਮਿਲੀ ਆ, ਇਹ ਲਾਸਟ ਪੌੜੀ ਆ। ਜੇ ਤੁਸੀਂ ਬੰਦਗੀ ਨਹੀਂ ਕੀਤੀ, ਜੇ ਤੁਸੀਂ ਭਗਤੀ ਨਹੀਂ ਕੀਤੀ, ਜੇ ਤੁਸੀਂ ਨਾਮ ਨਹੀਂ ਜਪਿਆ ਤਾਂ ਫਿਰ ਤੁਹਾਨੂੰ ਇਹ ਮਨੁੱਖੀ ਜਨਮ ਨਹੀਂ ਮਿਲਣਾ। 84 ਲੱਖ ਜੋਨੀਆਂ ਵਿੱਚ ਦੁਬਾਰਾ ਜਾਣਾ ਪੈ ਜਾਣਾ। ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ। ਮੇਰੀ ਗੱਲ ਯਾਦ ਰੱਖੋ ਦੋਸਤੋ, ਮੇਰੀ ਗੱਲ ਯਾਦ ਰੱਖੋ। ਇਹ ਜੀਵਨ ਬਾਰ-ਬਾਰ ਨਹੀਂ ਮਿਲਣਾ। ਇਹਦੀ ਕਦਰ ਕਰੋ, ਕਦਰ ਕਰੋ। ਆਪਣੇ ਜੀਵਨ ਨੂੰ ਵਿਅਰਥ ਨਾ ਕਰੋ। ਲੇਖੇ ਲਗਾ ਦਿਓ, ਲੇਖੇ ਲਗਾ ਦਿਓ। ਇੰਨੇ ਮਹਾਪੁਰਸ਼ ਸਾਡੇ ਆਏ, ਕਬੀਰ ਸਾਹਿਬ ਆਏ, ਗੁਰੂ ਰਵਿਦਾਸ ਮਹਾਰਾਜ ਜੀ ਆਏ, ਬਾਬਾ ਨਾਮਦੇਵ ਜੀ ਆਏ, ਦਸੇ ਪਾਤਸ਼ਾਹੀਆਂ ਆਈਆਂ, ਬਾਬਾ ਫਰੀਦ ਜੀ ਆਏ, ਐਡੇ ਵੱਡੇ ਸੰਤ ਮਹਾਪੁਰਸ਼ ਆਏ, ਸਾਡੇ ਉਧਾਰ ਵਾਸਤੇ ਆਏ। ਸਾਨੂੰ ਇੱਕੋ ਉਪਦੇਸ਼ ਦਿੱਤਾ, ਬੇਟੇ ਨਾਮ ਜਪੋ, ਨਾਮ ਜਪੋ, ਨਾਮ ਜਪੋ। ਅਸੀਂ ਕਿੰਨੀ ਕੀ ਕਦਰ ਉਹਨਾਂ ਦੀ ਕੀਤੀ ਆ। ਅਸੀਂ ਜਨਮ ਦਿਨ ਵੀ ਮਨਾ ਰਹੇ ਹਾਂ, ਮਰਨ ਦਿਨ ਵੀ ਮਨਾਈ ਜਾ ਰਹੇ ਹਾਂ, ਪਰ ਅਸੀਂ ਉਹਨਾਂ ਦੀ ਕਿੰਨੀ ਕੁ ਅਸੀਂ ਉਹਨਾਂ ਕਦਰ ਕੀਤੀ, ਕਿੰਨਾ ਕਿ ਅਸੀਂ ਉਹਨਾਂ ਦਾ ਕਹਿਣਾ ਮੰਨਿਆ, ਕਿੰਨੀ ਕੁ ਅਸੀਂ ਬੰਦਗੀ ਕਰਦੇ ਹਾਂ। ਅੱਜ ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਹਾਹਾਕਾਰ ਹੋਈ ਜਾ ਰਹੀ ਆ। ਹਰ ਪਾਸੇ ਲੜਾਈ ਝਗੜੇ ਹੋਈ ਜਾ, ਹਰ ਪਾਸੇ ਧਰਮਾਂ ਦੀ ਲੜਾਈ ਹੋ ਜਾ ਰਹੀ ਆ। ਹਰ ਪਾਸੇ ਝੂਠ ਦਾ ਬੋਲਬਾਲਾ, ਬੇਈਮਾਨੀਆਂ, ਠੱਗੀਆਂ, ਠੋਰੀਆਂ ਇੰਨੀਆਂ ਵੱਧ ਚੁੱਕੀਆਂ ਕਿ ਸਾਨੂੰ ਆਪਣੇ ਗੁਰੂਆਂ ਦਾ ਉਪਦੇਸ਼ ਯਾਦ ਨਹੀਂ ਆਉਂਦਾ। ਹਰ ਕੋਈ ਇੱਕ ਦੂਜੇ ਨੂੰ ਝੁਕਾਉਣ ਦੇ ਵਿੱਚ ਲੱਗਿਆ ਹੋਇਆ। ਹਰ ਬੰਦਾ ਇੱਕ ਦੂਜੇ ਨੂੰ ਗਿਰਾਉਣ ਦੇ ਵਿੱਚ ਲੱਗਿਆ ਹੋਇਆ। ਮੈਂ ਜਦ ਤੱਕ ਖਤਮ ਨਹੀਂ ਹੁੰਦੀ, ਤੂੰ ਦਾ ਦੀਦਾਰ ਨਹੀਂ ਹੋਣਾ। ਜਦ ਤੱਕ ਮੈਂ ਆ, ਫਿਰ ਤੂੰ ਨਹੀਂ ਹੈਗਾ।
ਜੇ ਤੂੰ ਆ ਤਾਂ ਫਿਰ ਮੈਂ ਨਹੀਂ ਹੈਗਾ। ਕਹਿੰਦੇ ਜਦੋਂ ਤੱਕ ਮੈਂ ਸੀ ਤਾਂ ਤੂੰ ਨਹੀਂ ਸੀ, ਜਦੋਂ ਤੱਕ ਮੈਂ ਸੀ ਤਾਂ ਤੂੰ ਨਹੀਂ ਸੀ, ਜਦੋਂ ਤੂੰ ਹੋਇਆ ਤਾਂ ਮੈਂ ਪਤਾ ਹੀ ਨਹੀਂ ਕਿੱਧਰ ਗਈ, ਮੇਰਾ ਤਾਂ ਪਤਾ ਹੀ ਨਹੀਂ ਕਿੱਧਰ ਗਿਆ। ਜਿੱਥੇ ਮੈਂ ਆ ਉੱਥੇ ਤੂੰ ਨਹੀਂ, ਜਿੱਥੇ ਤੂੰ ਆ ਉੱਥੇ ਮੈਂ ਨਹੀਂ। ਹਰ ਸਮੇਂ ਪ੍ਰਭੂ ਦਾ ਸ਼ੁਕਰਾਨਾ ਕਰੋ, ਗੁਰੂ ਦਾ ਸ਼ੁਕਰਾਨਾ ਕਰੋ। ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਬੇਸ਼ੁਕਰੇ ਨਾ ਬਣਿਆ ਕਰੋ, ਬੇਸ਼ੁਕਰੇ ਨਾ ਬਣਿਆ ਕਰੋ। ਸ਼ੁਕਰਾਨਾ ਕਰੋ, ਸ਼ੁਕਰਾਨਾ ਕਰੋ। ਇਹ ਜੀਵਨ ਮਿਲਿਆ ਤੁਹਾਨੂੰ, ਸ਼ੁਕਰਾਨਾ ਕਰੋ। ਪ੍ਰਭੂ ਮੈਨੂੰ ਤੂੰ ਜੀਵਨ ਦਿੱਤਾ ਹੈ, ਇਹ ਦੇਹ ਦਿੱਤੀ ਹੈ, ਇਹ ਝੋਲਾ ਦਿੱਤਾ ਤੂੰ ਮੈਨੂੰ, ਇਹ ਹੈ ਨਾ। ਮੈਂ ਵੱਧ ਤੋਂ ਵੱਧ ਭਗਤੀ ਕਰਾਂਗਾ। ਪ੍ਰਭੂ ਦੇ ਚਰਨਾਂ 'ਚ ਬੇਨਤੀ ਕਰੋ, ਅਰਦਾਸਾ ਕਰੋ, ਸ਼ੁਕਰਾਨਾ ਕਰੋ। ਸ਼ੁਕਰ ਹੈ ਮਾਲਕਾ ਤੂੰ ਮੈਨੂੰ ਦੇਹ ਦਿੱਤੀ, ਨਾਮ ਜਪਣ ਵਾਸਤੇ, ਬੰਦਗੀ ਕਰਨ ਵਾਸਤੇ ਜੀਵਨ ਦਿੱਤਾ, ਭਗਤੀ ਕਰਨ ਵਾਸਤੇ ਜੀਵਨ ਦਿੱਤਾ। ਸ਼ੁਕਰਾਨਾ ਕਰਿਆ ਕਰੋ। ਇਹ ਲੇਖੇ ਲਗਾ ਦੋ ਉਹਦੇ ਜੀਵਨ। ਇਹ ਇਨਸਾਨ ਆਪਣੇ ਆਪ ਨੂੰ ਜਾਣ, ਇਹ ਇਨਸਾਨ ਆਪਣੇ ਆਪ ਨੂੰ ਪਹਿਚਾਨ। ਬਾਰ-ਬਾਰ ਮੇਰੀ ਹੱਥ ਜੋੜ ਕੇ ਆਪਦੇ ਚਰਨਾਂ 'ਚ ਬੇਨਤੀ ਆ, ਆਪਣੇ ਜੀਵਨ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ। ਜੀਵਨ ਦੇ ਮਕਸਦ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ। ਆਪਣਾ ਜੀਵਨ ਵਿਅਰਥ ਨਾ ਕਰੋ। ਭਗਤੀ ਕਰਨ ਲਈ ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ। ਪਲ ਦਾ ਭਰੋਸਾ ਨਹੀਂ ਹੈਗਾ, ਪਲ ਦਾ ਭਰੋਸਾ ਨਹੀਂ ਹੈਗਾ। ਦਾਸ ਦੀ ਬੇਨਤੀ ਪ੍ਰਵਾਨ ਕਰਨੀ ਆ। ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ, ਰੋਜ਼ ਬੰਦਗੀ ਕਰੋ। ਪਹਿਲਾ ਨਿਯਮ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਉੱਠੋ, ਉੱਠ ਕੇ ਅਭਿਆਸ ਕਰੋ, ਧਿਆਨ ਲਗਾਉਣ ਦੀ ਕੋਸ਼ਿਸ਼। ਜੋ ਵੀ ਮਿਲਣਾ ਧਿਆਨ ਦੇ ਗਰਭ ਚੋਂ ਮਿਲਣਾ। ਇਹ ਨਿਯਮ ਕਰਕੇ ਫਿਰ ਆਪਣੇ ਸੰਸਾਰ ਦੇ ਕੰਮ ਧੰਦਿਆ ਕਰਿਆ ਕਰੋ। ਗੁਰੂ ਵੀ ਖੁਸ਼, ਤੁਸੀਂ ਵੀ ਖੁਸ਼, ਤੁਹਾਡਾ ਪਰਿਵਾਰ ਵੀ ਖੁਸ਼। ਠੀਕ ਹੈ ਨਾ। ਮੇਰੀ ਆਪ ਦੇ ਚਰਨਾਂ 'ਚ ਇਹੀ ਬੇਨਤੀ ਆ। ਮੈਨੂੰ ਉਮੀਦ ਆ ਕਿ ਤੁਸੀਂ ਜ਼ਰੂਰ ਭਗਤੀ ਕਰੋਗੇ, ਤੁਸੀਂ ਰੋਜ਼ ਬੰਦਗੀ ਕਰੋਗੇ। ਮੈਨੂੰ ਉਮੀਦ ਆ ਤੁਹਾਨੂੰ, ਤੁਸੀਂ ਰੋਜ਼ ਭਗਤੀ ਕਰੋ, ਬੰਦਗੀ ਕਰੋ। ਉਹ ਦਾਸ ਦੇ ਕੋਲੋਂ ਕੁਝ ਬੋਲਣ ਦੇ ਵਿੱਚ ਕੋਈ ਗਲਤੀ ਹੋਈ ਹੋਵੇ ਤਾਂ ਦਾਸ ਨੂੰ ਆਪਣੀ ਚਰਨਾਂ ਦੀ ਧੂੜ ਸਮਝ ਕੇ, ਆਪਣਾ ਛੋਟਾ ਵੀਰ, ਆਪਣਾ ਭਰਾ ਸਮਝ ਕੇ, ਆਪਣਾ ਬੱਚਾ ਸਮਝ ਕੇ ਦਾਸ ਨੂੰ ਮਾਫ ਕਰ ਦੇਣਾ। ਜੇ ਵਿਚਾਰ ਅੱਛੇ ਲੱਗੇ ਹੋਣ ਤਾਂ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਆ। ਠੀਕ ਆ। ਔਰ ਮੇਰੇ ਲਈ ਵੀ ਜਦੋਂ ਤੁਸੀਂ ਭਗਤੀ ਕਰਦੇ ਹੋ, ਤੁਸੀਂ ਸਿਮਰਨ ਕਰਦੇ ਹੋ, ਬੰਦਗੀ ਕਰਦੇ ਹੋ, ਤਾਂ ਦਾਸ ਲਈ ਵੀ ਬੇਨਤੀ ਕਰਦੇ ਕਰੋ, ਅਰਦਾਸ ਕਰਦੇ ਕਰੋ ਪ੍ਰਭੂ ਦੇ ਚਰਨਾਂ ਦੇ ਵਿੱਚ। ਦੁਆ ਬੇਨਤੀ ਮੇਰੇ ਲਈ ਵੀ ਕਰਦੇ ਕਰੋ ਕਿ ਗੁਰੂਦੇਵ ਹੈ ਨਾ, ਦਾਸ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ, ਤੰਦਰੁਸਤੀ ਬਖਸ਼ਣਾ ਕਿ ਵੱਧ ਤੋਂ ਵੱਧ ਬੰਦਗੀ ਕਰ ਸਕੀਏ, ਭਗਤੀ ਕਰ ਸਕੀਏ, ਨਾਮ ਜਪ ਸਕੀਏ। ਠੀਕ ਆ। ਮੇਰੇ ਲਈ ਵੀ ਤੁਸੀਂ ਦੁਆ ਬੇਨਤੀ ਕਰਦੇ ਕਰੋ। ਠੀਕ ਹੈ। ਔਰ ਜੈ ਲਖ ਦੱਤਾ ਪੀਰ ਦੀ, ਮੌਜ ਫਕੀਰ ਦੀ।